ਆਪਾਂ ਕਹਿੰਦੇ ਵੀ ਅੱਜ ਕੱਲ ਕੋਈ ਕਿਸੇ ਦੀ ਬਾਂਹ ਨਹੀਂ ਫੜਦਾ ਤੇ ਉਹਦਾ ਕਾਰਨ ਵੀ ਇਹੀ ਹੁੰਦਾ ਵੀ ਜਿਵੇਂ ਲੋਕੀ ਕਹਿੰਦੇ ਹੁੰਦੇ ਆ ਨਾ ਵੀ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ-ਮਾਰ ਪੀਂਦਾ। ਆਪਾਂ ਆਪਣਾ ਵਾਅਦਾ ਵੀ ਭੁੱਲ ਜਾਂਦੇ ਆ ਵੀ ਯਾਰ ਮੈਂ ਉਹਨੂੰ ਮੋੜਨੇ ਕੀਤੇ ਸੀਗੇ ਪੈਸੇ, ਹਨਾ। ਜ਼ਿਆਦਾਤਰ ਇਹੀ ਹੁੰਦਾ ਗੁਰਦੀਪ ਕਿ ਜਿਹਦੀ ਤੁਸੀਂ ਮਦਦ ਕਰਦੇ ਹੋ ਉਹ ਕਦੀ ਤੁਹਾਡੇ ਵੱਲ ਮੁੜ ਕੇ ਨਹੀਂ ਦੇਖਦਾ। ਬਹੁਤੇ ਨੂੰ ਇਹ ਲੱਗਦਾ ਹੁੰਦਾ ਕਿ ਮੇਰਾ ਟਾਈਮ ਨਿਕਲ ਗਿਆ ਤੇ ਹੁਣ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਹੋ ਜਾਂਦੀ ਆ ਬਾਅਦ ਦੇ ਵਿੱਚ। ਆਪਣੇ ਘਰਾਂ 'ਚ ਵੀ ਦੇਖਣ ਦੀਆਂ ਗੱਲਾਂ ਨੇ ਤਾਂ ਸਾਡੇ ਮੰਮੀ ਹੁਣੇ ਦੱਸਦੇ ਹੁੰਦੇ ਨੇ ਕਿ ਘਰ ਦੀ ਜਿਹੜੀ ਨੂੰਹ ਦੇ ਗਹਿਣੇ ਹੁੰਦੇ ਸੀ ਉਹ ਘਰ ਦੀ ਧੀ ਨੂੰ ਅੱਗੇ ਪਾ ਕੇ ਵਿਆਹ ਦਿੰਦੇ ਹੁੰਦੇ ਸੀ। ਉਦੋਂ ਲੋਕਾਂ ਨੂੰ ਇੱਕ ਦੂਜੇ ਦੀ ਜ਼ੁਬਾਨ ਤੇ ਭਰੋਸਾ ਹੁੰਦਾ ਸੀਗਾ, ਹਨਾ, ਵੀ ਇਹ ਮੋੜ ਦੇ ਵੀ ਮੇਰੇ ਚੀਜ਼ ਮੋੜ ਦੇਣੀ। ਕਈ ਲੋਕ ਇੰਨੀ ਚਲਾਕੀ ਨਾਲ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ ਜਾਂ ਚਲਾਕੀ ਨਾਲ ਕੋਈ ਚੀਜ਼ ਲੈ ਲੈਣਗੇ ਕਿ ਤੁਹਾਨੂੰ ਲੱਗੂਗਾ ਕਿ ਯਾਰ ਇਸ ਵਕਤ ਜੇ ਮੈਂ ਇਹਦੀ ਬਾਂਹ ਨਾ ਫੜੀ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰ ਸਕੂੰ, ਹਨਾ। ਉਦੋਂ ਦੇਣ ਲੈਣ ਇੰਨਾ ਉੱਲੇ 'ਚ ਹੁੰਦਾ ਸੀਗਾ ਕਿਸੇ ਨੂੰ ਭਾਫ ਤੱਕ ਵੀ ਨਹੀਂ ਸੀ ਹੁੰਦੀ ਵੀ ਕਿਹਨੇ ਕੀ ਤੋਂ ਕਿੰਨਾ ਫੜਿਆ ਹੋਇਆ ਪੈਸਾ, ਹਨਾ। ਚਲੋ ਉਸ ਸਮੇਂ ਦੀਆਂ ਜ਼ਰੂਰਤਾਂ ਵੀ ਨੇ, ਜਿਹੋ ਜਿਹੇ ਖਰਚੇ ਆਪਣੇ ਨੇ ਤੇ ਉਹੋ ਜਿਹੇ ਉਹਨਾਂ ਦੇ ਵੀ ਨੇਗੇ। ਪਰ ਮੰਨ ਲਓ ਹੁਣ ਬਰੋਬਰ ਦੇ ਧਿਰ ਵਾਲਾ ਬੰਦਾ ਕੋਈ ਥੋਤੋਂ ਹੈਲਪ ਲੈ ਕੇ ਬਾਅਦ ਚੋਂ ਮੁੱਕਰ ਜਾਵੇ, ਉਹ ਕਿੰਨਾ ਉਹਦੇ ਤੇ ਗੁੱਸਾ ਆਉਂਦਾ ਵਾ, ਹਨਾ। ਤੇ ਉਹ ਕਹਿੰਦੇ ਵੀ ਏਦਾਂ ਹੀ ਮੇਰੇ ਰਿਸ਼ਤੇਦਾਰ ਇੱਕ ਮੇਰੇ ਤੋਂ ਬਾਅਦ ਘਰ ਬਣਾਉਂਦੇ ਸੀਗੇ। ਕਹਿੰਦੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਸਾਨੂੰ ਕਿੰਨੇ ਪੈਸੇ ਉਧਾਰ ਦਓਗੇ ਜੇ ਲੋੜ ਪੈ ਗਈ। ਕਹਿੰਦੇ ਮੈਂ ਕਿਹਾ ਜਿੰਨੇ ਤੁਸੀਂ ਦਿੱਤੇ ਨੇ ਉਸ ਤੋਂ 5 ਗੁਣਾ। ਤੇ ਕਹਿੰਦੇ ਵੀ ਉਹਨਾਂ ਨੇ ਤਾਂ ਕੁਛ ਦਿੱਤਾ ਹੀ ਨਹੀਂ ਸੀ। ਆਪਣੇ ਜਿਵੇਂ ਘਰਾਂ 'ਚ ਦੁੱਧ ਜਦੋਂ ਘਟ ਜਾਂਦਾ ਆਪਾਂ ਆਸ ਗੁਆਂਢ ਤੋਂ ਲੈ ਲੈਂਦੇ ਆ, ਹਨਾ, ਤਾਂ ਉੱਥੇ ਵੀ ਆਪਾਂ ਯਾਦ ਰੱਖਦੇ ਆ ਵੀ ਯਾਰ ਇਹ ਉਦੋਂ ਇਹਨਾਂ ਨੇ ਸਾਡਾ ਡੰਗ ਸਾਰਿਆ ਸੀਗਾ, ਹਨਾ। ਤੁਸੀਂ ਜਦੋਂ ਹੁਣ ਵੀ ਉਹਨਾਂ ਕੋਲ ਜਾਂਦੇ ਸੀ ਪੁੱਛਦੇ ਹੁੰਦੇ ਸੀ ਵੀ ਭੂਆ ਤੁਹਾਡਾ ਕੀ ਹਾਲ ਆ, ਉਹਨਾਂ ਨੇ ਕਹਿਣਾ ਬਸ ਮੈਂ ਪਿੰਡ ਵਾਲਿਆਂ ਦੇ ਸਿਰ ਤੇ ਹੀ ਆ, ਹਨਾ। ਤੇ ਉਹ ਵੀ ਅੱਖਾਂ ਭਰ ਕੇ ਕਹਿਣਾ ਉਹਨਾਂ ਨੇ। ਮਿਲਣਾ ਵਰਤਣਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਦੇਣ ਲੈਣ ਬਹੁਤ ਇਹ ਖਰਾਬ ਆ, ਹਨਾ, ਵੀ ਉਹਦੇ ਨਾਲ ਨਹੀਂ ਕੋਈ ਸਾਂਝ ਆਪਾਂ ਰੱਖਣੀ। ਸੋ ਉਵੇਂ ਆਪਾਂ ਰਿਸ਼ਤਿਆਂ 'ਚ ਵੀ ਭੁੱਲ ਜਾਂਦੇ ਆ ਵੀ ਕਿਹੜੇ ਵੇਲੇ ਕਿਸੇ ਨੇ ਤੁਹਾਡੇ ਲਈ ਕੀ ਕੀਤਾ ਸੀਗਾ। ਸੋ ਮੈਂ ਕਹਿੰਦੀ ਹਾਂ ਇੱਥੋਂ ਤੇ ਇਹੀ ਨਿਚੋੜ ਨਿਕਲਦਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਕੰਮ ਆਵੇ ਤਾਂ ਤੁਹਾਨੂੰ ਵੀ ਕਿਸੇ ਦੇ ਕੰਮ ਆਉਣਾ ਚਾਹੀਦਾ। ਤੇ ਦੂਸਰੀ ਗੱਲ, ਜੇ ਲੋੜ ਪੈਣ ਤੇ ਕੋਈ ਤੁਹਾਡੇ ਕੰਮ ਆ ਗਿਆ ਤਾਂ ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ। ਪ੍ਰੋਗਰਾਮ ਗੱਲ ਤੇ ਗੱਲ ਤੁਸੀਂ ਵੇਖ ਰਹੇ ਹੋ। ਇੱਕ ਦਿਨ ਬੜੀ ਸੋਹਣੀ ਗੱਲ ਮੈਂ ਪੜ੍ਹੀ ਸੀ, ਕਹਿੰਦੇ ਕਿ ਮੌਕਾ ਦੇਣ ਵਾਲੇ ਨੂੰ ਕਦੇ ਧੋਖਾ ਨਾ ਦਿਓ ਅਤੇ ਧੋਖਾ ਦੇਣ ਵਾਲੇ ਨੂੰ ਕਦੇ ਮੌਕਾ ਨਾ ਦਿਓ। ਤੇ ਅੱਜ ਦਾ ਸਾਡਾ ਗੱਲ ਤੇ ਗੱਲ ਦਾ ਵਿਸ਼ਾ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਅੱਜ ਕੱਲ੍ਹ ਆਪਾਂ ਕਹਿੰਦੇ ਰਹਿੰਦੇ ਹਾਂ ਕਿ ਅੱਗੇ ਵਾਂਗੂ ਲੋਕੀ ਕਿਸੇ ਦੀ ਬਾਂਹ ਨਹੀਂ ਫੜਦੇ। ਕਹਿਣ ਦਾ ਭਾਵ ਵੀ ਜਦੋਂ ਕੋਈ ਔਖੇ ਵੇਲੇ 'ਚ ਹੁੰਦਾ, ਕਿਸੇ ਮੁਸੀਬਤ 'ਚ ਹੁੰਦਾ ਤਾਂ ਮਦਦ ਵਾਲੇ ਲੋਕ ਬਹੁਤ ਘੱਟ ਅੱਗੇ ਆਉਂਦੇ ਨੇ। ਪਰ ਇਹ ਹਾਲਾਤ ਵੀ ਮੈਨੂੰ ਲੱਗਦਾ ਕਿ ਅਸੀਂ ਆਪ ਹੀ ਪੈਦਾ ਕੀਤੇ ਨੇ ਕਿ ਅਗਰ ਕੋਈ ਮੁਸੀਬਤ ਵੇਲੇ, ਔਖੇ ਵੇਲੇ ਤੁਹਾਡੇ ਕੋਈ ਕੰਮ ਆ ਜਾਂਦਾ ਤਾਂ ਲੋਕੀ ਅਕਸਰ ਉਹਦੇ ਨਾਲ ਠੱਗੀਆਂ ਠੋਰੀਆਂ ਵੀ ਫਿਰ ਬਹੁਤ ਕਰਨ ਲੱਗ ਜਾਂਦੇ ਨੇ। ਸੋ ਅੱਜ ਅਸੀਂ ਸਾਰੀ ਟੀਮ ਬੈਠੇ ਗੱਲਬਾਤ ਕਰ ਰਹੇ ਸੀ ਕਿ ਗੱਲ ਤੇ ਗੱਲ ਦਾ ਵਿਸ਼ਾ ਕੀ ਹੋਣਾ ਚਾਹੀਦਾ। ਸੋ ਮੈਨੂੰ ਲੱਗਦਾ ਸਾਡੀ ਟੀਮ ਦੇ ਵਿੱਚੋਂ ਕੋਈ ਵੀ ਮੈਂਬਰ ਇਹੋ ਜਿਹਾ ਹੋਣਾ ਜਿਹਦੇ ਨਾਲ ਕਦੇ ਕੋਈ ਇਹੋ ਜਿਹਾ ਹਾਦਸਾ ਜਾਂ ਘਟਨਾ ਨਾ ਵਾਪਰੀ ਹੋਵੇ ਵੀ ਉਹਨੇ ਕਿਸੇ ਦੀ ਮਦਦ ਕੀਤੀ ਹੋਵੇ ਤੇ ਮਗਰੋਂ ਉਹਨੂੰ ਹੀ ਉਹਦਾ ਹਰਜਾਨਾ ਭੁਗਤਣਾ ਪਿਆ ਹੋਵੇ। ਤੇ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਭੈਣ ਰੁਪਿੰਦਰ ਸੰਧੂ ਮੇਰੇ ਨਾਲ ਹੁਣ ਕਿ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ। ਕੀ ਹਾਲ ਚਾਲ? ਵਧੀਆ, ਠੀਕ ਠਾਕ। ਠੀਕ ਠਾਕ ਹੋ? ਤੇ ਦੱਸ ਦਿਓ ਫਿਰ ਹੁਣ ਸੂਟਾਂ ਬਾਰੇ। ਨਹੀਂ, ਮੈਂ ਕਹਿੰਦੀ ਤੁਸੀਂ ਉਹ ਦੱਸ ਦਿਓ। ਬਿਲਕੁਲ। ਤੇ ਅੱਜ ਦੇ ਬਹੁਤ ਹੀ ਖੂਬਸੂਰਤ ਸੂਟ ਸਾਨੂੰ ਭੇਜੇ ਨੇਗੇ। ਇਹ ਹਮੇਸ਼ਾ ਦੀ ਤਰ੍ਹਾਂ ਫੈਬਰਿਕ ਅਪਸਰਾ ਵਾਲਿਆਂ ਨੇ, ਪਟਿਆਲੇ ਤੋਂ ਨੇ। ਉਹਨਾਂ ਨੇ ਸਾਨੂੰ ਭੇਜਿਆ ਅਤੇ ਇਹਨਾਂ ਸੂਟਾਂ ਦੀ ਡਿਜ਼ਾਈਨਿੰਗ ਕੀਤੀ ਆ ਲੀੜੇ ਲੱਤੇ ਬਾਏ ਮਨਦੀਪ ਸੰਧੂ, ਪਟਿਆਲੇ ਤੋਂ ਮਨਦੀਪ ਭੈਣ ਹੋਰਾਂ ਨੇ। ਅਤੇ ਬਹੁਤ ਹੀ ਸੋਹਣੇ ਰੰਗ ਚੁਣ ਕੇ ਇਸ ਵਾਰੀ ਉਹਨਾਂ ਨੇ ਭੇਜੇ ਨੇ। ਤੇ ਮੈਨੂੰ ਲੱਗਦਾ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਫੁੱਲਾਂ ਵਾਲੇ ਸੂਟ ਪਾਏ ਸੀਗੇ, ਹਨਾ, ਤੇ ਇਸ ਵਾਰ ਵੀ। ਵੈਸੇ ਇਹਨਾਂ ਦੇ ਦੁਪੱਟੇ ਥੋੜੇ ਜਿਹੇ ਡਿਫਰੈਂਟ ਨੇ। ਮੈਨੂੰ ਬਹੁਤ, ਵੈਸੇ ਵੀ ਮੇਰਾ ਕਾਲਾ ਰੰਗ ਬਹੁਤ ਮੇਰਾ ਮਨ ਪਸੰਦੀਦਾ ਕਲਰ ਆ, ਮਤਲਬ ਕੱਪੜਿਆਂ ਦੇ ਮਾਮਲੇ 'ਚ। ਤੇ ਮੈਨੂੰ ਖੁਸ਼ੀ ਹੋਈ ਕਿ ਅੱਜ ਕਾਲੇ ਸੂਟ ਆਏ ਨੇ। ਬਿਲਕੁਲ। ਤੇ ਤੁਹਾਡੇ ਨਾਲ ਭੈਣੇ ਕਦੇ ਐਵੇਂ ਦਾ ਹੋਇਆ ਕਿ ਤੁਸੀਂ ਕਿਸੇ ਦੀ ਮਦਦ ਕੀਤੀ ਹੋਵੇ? ਤੇ ਤੁਹਾਡੇ ਨਾਲ ਤਾਂ ਹੋਇਆ ਵੈਸੇ। ਬਿਲਕੁਲ, ਮੈਨੂੰ ਤਾਂ ਕਿੰਨੇ ਹੀ ਕਿੱਸੇ ਯਾਦ ਆ ਗਏ, ਹਨਾ। ਤੇ ਅਗਲਾ ਤੁਹਾਡੇ ਨਾਲ ਹੀ ਠੱਗੀ ਕਰ ਗਿਆ ਹੋਵੇ। ਵੈਸੇ ਆਪਾਂ ਜਿਵੇਂ ਗੱਲ ਕੀਤੀ ਸੀਗੀ ਵੀ ਆਪਾਂ ਉਧਾਰ ਨੂੰ ਲੈ ਕੇ ਤੇ ਇਸ ਚੀਜ਼ ਤੇ ਗੱਲ ਕਰਾਂਗੇ ਵੀ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਨਾ ਤਾਂ ਉਹ ਬੰਦਾ ਫਿਰ ਕਿਵੇਂ ਤੁਹਾਡਾ ਨਜਾਇਜ਼ ਫਾਇਦਾ ਚੁੱਕਦਾ। ਤੇ
ਇਹ ਚੀਜ਼ ਤਾਂ ਹੈਗੀ ਆ ਕਿ ਜਿਵੇਂ ਤੁਸੀਂ ਗੱਲ ਸ਼ੁਰੂ ਕਰਦੇ ਹੋਏ ਕਿਹਾ ਸੀ ਨਾ ਕਿ ਆਪਾਂ ਕਹਿੰਦੇ ਵੀ ਅੱਜ ਕੱਲ ਕੋਈ ਕਿਸੇ ਦੀ ਬਾਂਹ ਨਹੀਂ ਫੜਦਾ, ਤੇ ਉਹਦਾ ਕਾਰਨ ਵੀ ਇਹੀ ਹੁੰਦਾ ਵੀ ਜਿਵੇਂ ਲੋਕੀ ਕਹਿੰਦੇ ਹੁੰਦੇ ਆ ਨਾ ਵੀ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ-ਮਾਰ ਪੀਂਦਾ। ਜਦੋਂ ਕਿਸੇ ਬੰਦੇ ਨਾਲ ਇੱਕ ਅੱਧਾ ਇਹੋ ਜਿਹਾ ਤਜਰਬਾ ਹੋਇਆ ਹੁੰਦਾ ਹੈ ਨਾ, ਤਾਂ ਉਹ ਫਿਰ ਕਈ ਵਾਰੀ ਕਿਸੇ ਲੋੜਵੰਦ ਨੂੰ ਵੀ ਇਗਨੋਰ ਕਰਨ ਲੱਗ ਜਾਂਦਾ ਹੈ ਨਾ, ਵੀ ਜਿਹਨੂੰ ਸੱਚੀ ਜ਼ਰੂਰਤ ਹੁੰਦੀ ਆ। ਤੇ ਜ਼ਿਆਦਾਤਰ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਉਧਾਰ ਲੈ ਕੇ ਭੁੱਲਣ ਵਾਲੇ ਹੁੰਦੇ ਆ, ਜਾਂ ਫਿਰ ਤੁਸੀਂ ਕਦੇ ਕਿਸੇ ਵਕਤ ਉਹਨਾਂ ਦੇ ਕੰਮ ਆਏ ਹੁੰਦੇ ਹੋ ਵੀ ਜਿੱਥੇ ਤੁਹਾਨੂੰ ਇਹ ਵੀ ਨਹੀਂ ਹੁੰਦਾ ਕਿ ਮੈਨੂੰ ਤੂੰ ਮੋੜ ਕੇ ਇਹ ਚੀਜ਼ ਵਾਪਸ ਨਾ ਕਰਦੀ। ਆਪਾਂ ਨੂੰ ਸਿਰਫ ਇਹੀ ਹੁੰਦਾ ਕਿ ਆਪਾਂ ਉਸ ਵਕਤ ਉਹਦੀ ਮਦਦ ਕਰਦੇ ਹੁੰਦੇ ਆ, ਪਰ ਕੁਝ ਕੁ ਸਮੇਂ ਬਾਅਦ ਉਸ ਬੰਦੇ ਦਾ ਵਰਤਾਅ ਜਾਂ ਫਿਰ ਉਹਦੀਆਂ ਥੋੜੀਆਂ ਜਿਹੀਆਂ ਚਲਾਕੀਆਂ ਜਿਵੇਂ ਉਹ ਕਰਨ ਲੱਗ ਜਾਂਦਾ, ਫਿਰ ਆਪਾਂ ਨੂੰ ਲੱਗਦਾ ਹੁੰਦਾ ਵੀ ਇੱਥੇ ਮੈਂ ਗਲਤ ਕੀਤਾ, ਵੀ ਮੈਨੂੰ ਕਰਨਾ ਨਹੀਂ ਸੀ ਚਾਹੀਦਾ, ਹੈ ਨਾ। ਪਰ ਆਪਾਂ ਕਹਿੰਦੇ ਹੁੰਦੇ ਵੀ ਆਦਤਾਂ ਨਹੀਂ ਜਾਂਦੀਆਂ, ਆਪਾਂ ਫਿਰ ਕਈ ਵਾਰੀ ਦੁਬਾਰਾ ਫਿਰ ਉਹ ਜਿਹਾ ਸਟੈਪ ਲੈ ਲੈਂਦੇ, ਆਪਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਯਾਰ ਹੋ ਸਕਦਾ ਇਹਨੂੰ ਸੱਚੀ ਜ਼ਰੂਰਤ ਹੋਵੇ। ਪਰ ਇੱਥੇ ਜ਼ਿਆਦਾਤਰ ਇਹੀ ਹੁੰਦਾ ਗੁਰਦੀਪ ਕਿ ਜਿਹਦੀ ਤੁਸੀਂ ਮਦਦ ਕਰਦੇ ਹੋ ਉਹ ਕਦੀ ਤੁਹਾਡੇ ਵੱਲ ਮੁੜ ਕੇ ਨਹੀਂ ਦੇਖਦਾ, ਤੇ ਜਾਂ ਫਿਰ ਜਿਹਨੂੰ ਤੁਸੀਂ ਕਈ ਵਾਰੀ ਬੰਦਾ ਬਹੁਤ ਤਰਲੇ ਮਿੰਨਤਾਂ ਕਰਦਾ ਹੁੰਦਾ ਕਿ ਮੈਨੂੰ ਇਹੋ ਜਿਹਾ ਕੰਮ ਆ, ਮੈਨੂੰ ਇਸ ਚੀਜ਼ ਲਈ ਪੈਸੇ ਚਾਹੀਦੇ ਆ। ਆਪਾਂ ਕਹਿੰਦੇ ਹੁੰਦੇ ਆ ਕਿ ਅੱਜ ਕੱਲ੍ਹ ਹਰ ਇੱਕ ਕੋਲੇ ਬਹੁਤ ਜ਼ਿਆਦਾ ਸੇਵਿੰਗਸ ਤਾਂ ਹੁੰਦੀਆਂ ਨਹੀਂ, ਹੈ ਨਾ, ਵੀ ਦਰਖਤਾਂ ਨੂੰ ਤਾਂ ਪੈਸੇ ਲੱਗਦੇ ਨਹੀਂ ਹੈਗੇ। ਪਰ ਜੇ ਤੁਸੀਂ ਆਪਣੇ ਖਰਚਿਆਂ ਚੋਂ ਕੱਟ ਕੇ ਜਾਂ ਆਪਣੀ ਕੋਈ ਔਖ ਵੇਲੇ ਰੱਖਿਆ ਹੋਇਆ ਜਿਹੜਾ ਪੈਸਾ ਹੁੰਦਾ ਉਹ ਕਿਸੇ ਨੂੰ ਦੇ ਵੀ ਦਿੰਦੇ ਹੋ, ਤਾਂ ਉਹ ਤੁਹਾਨੂੰ ਕਈ ਵਾਰੀ ਜਦੋਂ ਤੁਹਾਨੂੰ ਜ਼ਰੂਰਤ ਹੁੰਦੀ ਆ ਉਦੋਂ ਤਾਂ ਛੱਡੋ, ਜਦੋਂ ਬੰਦੇ ਕੋਲ ਹੁੰਦੇ ਨੇ ਉਹ ਤਦ ਵੀ ਤੁਹਾਨੂੰ ਨਹੀਂ ਮੋੜਦਾ ਹੈਗਾ। ਕਈ ਵਾਰੀ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਫਲਾਣੇ ਨਾਲ ਨਹੀਂ ਅੱਗੇ ਤੋਂ ਪੈਸਿਆਂ ਦਾ ਹਿਸਾਬ ਕਿਤਾਬ ਉਹ ਰੱਖਣਾ ਹੈਗਾ, ਕਿਉਂਕਿ ਇਹਦਾ ਦੇਣ ਲੈਣ ਬਹੁਤ ਮਾੜਾ ਨਾ। ਕਈ ਵਾਰ ਜਿਵੇਂ ਕਿਸੇ ਨੂੰ ਜ਼ਰੂਰਤ ਆ ਹਨਾ, ਤਾਂ ਅਗਲਾ ਕਹਿ ਦਿੰਦਾ ਕਿ ਮੈਨੂੰ ਨਾ ਦੇ ਦੇ, ਮੈਂ ਤੈਨੂੰ ਹੁਣੇ 5-7 ਦਿਨਾਂ ਦੇ ਵਿੱਚ ਹੀ ਪੈਸੇ ਮੋੜ ਦੇਣੇ ਨੇ, ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਹੈਲਪ ਲੈਂਦੇ ਹੋ, ਤੇ ਉਹ 5-7 ਨੰਗੇ ਨੂੰ 5-7 ਸਾਲ ਹੋ ਜਾਂਦੇ ਨੇ। ਸਹੀ ਗੱਲ ਹੈ, ਕਈ ਵਾਰੀ 5-7 ਸਾਲ ਵੀ ਹੋ ਜਾਂਦੇ ਨੇ, ਹਨਾ। ਤਾਂ ਉਹ ਫਿਰ ਬੰਦਾ ਕਹਿੰਦਾ ਹੈ ਕਿ ਜਿਵੇਂ ਤੁਸੀਂ ਕਿਹਾ ਵੀ ਸਾਰਿਆਂ ਕੋਲੇ ਉਨੇ ਕੀ ਹੁੰਦੇ ਨੇ। ਕਈ ਵਾਰੀ ਹੁਣ ਜਿਵੇਂ ਮੰਨ ਲਓ ਵੀ ਤੁਸੀਂ ਮੇਰੀ ਸਿਚੁਏਸ਼ਨ ਦੇਖ ਕੇ ਮੇਰੀ ਹੈਲਪ ਕਰਨ ਦੀ ਸੋਚ ਲਈ, ਚੱਲ ਯਾਰ ਕੋਈ ਨਾ ਅੱਜ ਇਹ ਤੰਗ ਆ ਹਨਾ, ਮੈਂ ਗੁਰਦੀਪ ਦੀ ਮਦਦ ਕਰਦਾ ਹਨਾ, ਤੇ ਮੁੜ ਕੇ ਮੈਂ ਆਈ ਗਈ ਨਾ ਦਵਾਂ ਹਨਾ, ਮੈਂ ਇਸ ਚੀਜ਼ ਦੀ ਸਿਆਣੀ ਨਾ ਕੱਢਾਂ ਵੀ ਰੁਪਿੰਦਰ ਨੇ ਔਖੀ ਹੋ ਕੇ ਮੇਰੀ ਮਦਦ ਕੀਤੀ, ਜਾਂ ਔਖੇ ਵੇਲੇ 'ਚ ਜਦੋਂ ਕੋਈ ਨਹੀਂ ਸੀ ਜਾਂ ਮੇਰਾ ਕਿਤੋਂ ਵੀ ਹਿੱਲਾ ਵਸੀਲਾ ਨਹੀਂ ਸੀ ਬਣ ਰਿਹਾ, ਤਾਂ ਉਹਨਾਂ ਨੇ ਮੇਰੀ ਉਸ ਵੇਲੇ ਮਦਦ ਕੀਤੀ ਹੈ ਨਾ। ਆਪਾਂ ਇਸ ਚੀਜ਼ ਨੂੰ ਤਾਂ ਭੁੱਲ ਹੀ ਜਾਂਦੇ ਆ, ਤੇ ਆਪਾਂ ਆਪਣਾ ਵਾਅਦਾ ਵੀ ਭੁੱਲ ਜਾਂਦੇ ਆ ਵੀ ਯਾਰ ਮੈਂ ਉਹਨੂੰ ਮੋੜਨੇ ਕੀਤੇ ਸੀਗੇ ਪੈਸੇ, ਹੈ ਨਾ। ਤੇ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਇਹ ਜਿਹੜਾ ਵਰਤਾਅ ਹੁੰਦਾ ਉਹ ਫਿਰ ਤੁਹਾਨੂੰ ਕਿੰਨੇ ਲੋਕਾਂ ਦੀ ਅੱਗੋਂ ਹੈਲਪ ਕਰਨ ਦੇ ਲਈ ਰੋਕਦਾ ਆ, ਹੈ ਨਾ। ਇੱਕ ਤਾਂ ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਹੁੰਦੇ ਸੀਗੇ, ਹੈ ਨਾ, ਉਹਨਾਂ ਦੀ ਜੇ ਕਿਸੇ ਟਾਈਮ ਕੋਈ ਵੀ ਮਦਦ ਕਰ ਦਿੰਦਾ ਸੀ ਤਾਂ ਬਹੁਤ ਟਾਈਮ ਯਾਦ ਰੱਖਦੇ ਹੁੰਦੇ ਸੀਗੇ ਉਹਨੂੰ। ਅੱਜ ਵੀ ਬਹੁਤ ਲੋਕ ਇੱਦਾਂ ਦੇ ਨੇ ਜਿਹੜੇ ਕਿ ਕਿਸੇ ਮਤਲਬ ਕਈ ਵਾਰੀ ਜੇ ਕਿਸੇ ਨੇ ਉਹਨਾਂ ਦੀ ਹੈਲਪ ਕੀਤੀ ਵੀ ਹੁੰਦੀ ਆ ਕਿਸੇ ਔਖੇ ਸੌਖੇ ਟਾਈਮ, ਤਾਂ ਉਹ ਬਹੁਤ ਚਿਰ ਤੱਕ ਉਸ ਚੀਜ਼ ਨੂੰ ਯਾਦ ਰੱਖਦੇ ਨੇ, ਤੇ ਮਤਲਬ ਇੱਕ ਅਹਿਸਾਨ ਦੇ ਤੌਰ ਤੇ ਮੰਨਦੇ ਨੇ ਉਸ ਚੀਜ਼ ਨੂੰ, ਵੀ ਲਾਈਫ 'ਚ ਕਦੇ ਵੀ ਜਦੋਂ ਕਿਤੇ ਉਹ ਬੰਦਾ ਭਾਵੇਂ ਤੁਸੀਂ ਉਹਨਾਂ ਤੋਂ ਇੱਕ ਵਾਰ ਹੈਲਪ ਲਈ ਆ ਤੇ ਅਗਲਾ ਭਾਵੇਂ ਤੁਹਾਡੇ ਤੋਂ 10 ਵਾਰੀ ਲੈ ਗਿਆ, ਤੇ ਤੁਸੀਂ ਹਮੇਸ਼ਾ ਉਹ ਇੱਕ ਵੇਲੇ ਹੀ ਚੇਤੇ ਰੱਖਦੇ ਹੋ ਨਾ ਵੀ ਇਹਨੇ ਮੇਰੀ ਉਦੋਂ ਮਦਦ ਕੀਤੀ ਸੀ। ਪਰ ਬਹੁਤੇ ਲੋਕ ਅੱਜ ਕੱਲ ਉਵੇਂ ਨਹੀਂ ਸੋਚਦੇ ਹੈਗੇ, ਹੈ ਨਾ। ਬਹੁਤੇ ਨੂੰ ਇਹ ਲੱਗਦਾ ਹੁੰਦਾ ਕਿ ਮੇਰਾ ਟਾਈਮ ਨਿਕਲ ਗਿਆ ਤੇ ਹੁਣ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਹੋ ਜਾਂਦੀ ਆ ਬਾਅਦ ਦੇ ਵਿੱਚ ਨਾ। ਉਹ ਚੀਜ਼ਾਂ ਮੈਨੂੰ ਲੱਗਦਾ ਕਿ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ, ਤੇ ਇੱਕ ਟਾਈਮ ਤੇ ਤੁਸੀਂ ਜਮਾਂ ਹੀ ਤਰਸ ਦੇ ਪਾਤਰ ਬਣ ਜਾਂਦੇ ਹੋ, ਹੈ ਨਾ, ਵੀ ਮੇਰਾ ਹੁਣ ਕੁਝ ਹੋ ਹੀ ਨਹੀਂ ਸਕਦਾ ਜੇ ਤੂੰ ਮੇਰੀ ਹੈਲਪ ਨਾ ਕੀਤੀ, ਹੈ ਨਾ। ਤੇ ਕਈ ਵਾਰੀ ਫਿਰ ਆਪਾਂ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਉਹੀ ਬੰਦਾ ਤੁਹਾਨੂੰ ਦੂਰੋਂ ਹੀ ਦੇਖ ਕੇ ਗਾਲਾਂ ਕੱਢਣ ਲੱਗ ਜਾਂਦਾ, ਹੈ ਨਾ। ਇਹ ਨਹੀਂ ਹੋਣਾ ਚਾਹੀਦਾ। ਗੁਰਦੀਪ ਉਦਾਹਰ ਤਾਂ ਨਾ ਸਾਰੀਆਂ ਚੀਜ਼ਾਂ 'ਚ ਹੀ ਹੋ ਸਕਦਾ, ਮਤਲਬ ਜ਼ਰੂਰੀ ਨਹੀਂ ਵੀ ਆਪਾਂ ਇਕੱਲੀ ਪੈਸੇ ਦੀ ਗੱਲ ਕਰੀਏ। ਆਪਣੇ ਮੰਮੀ ਹੁਣੀ ਗੱਲਾਂ ਕਰਦੇ ਹੁੰਦੇ ਆ ਵੀ ਪੁਰਾਣੇ ਜ਼ਮਾਨੇ 'ਚ ਜਦੋਂ ਕੋਈ ਘਰ 'ਚ 2-3 ਮੁੰਡੇ ਹੁੰਦੇ ਸੀਗੇ, ਹਨਾ, ਵੀ ਉਹ ਜਦੋਂ ਮੁੰਡਾ ਵਿਆਹਣ ਜਾਂਦੇ ਸੀ ਤਾਂ ਉਹਦੀ ਵਹੁਟੀ ਨੂੰ ਨਾ ਕਈ ਵਾਰ ਰਿਸ਼ਤੇਦਾਰਾਂ ਦੇ ਗਹਿਣੇ ਮੰਗ ਕੇ ਪਾ ਦਿੰਦੇ ਸੀਗੇ ਲੋਕ, ਹੈ ਨਾ। ਵੀ ਤੁਸੀਂ ਹੁਣ ਵੀ ਸੁਣਿਆ ਹੋ ਕਿ ਕੋਈ ਨਾ ਕੋਈ ਘਰ 'ਚ ਇਹੋ ਜਿਹੀ ਗੱਲ ਦੱਸਦਾ ਹੁੰਦਾ ਵੀ ਮੈਨੂੰ ਵੰਗਾਂ ਉਹਦੀਆਂ ਲੈ ਕੇ ਪਾਤੀਆਂ ਸੀ, ਮੈਨੂੰ ਹਾਰ ਉਹਦਾ ਲੈ ਕੇ ਪਾਇਆ ਸੀ। ਆਪਣੇ ਨਾ ਜਿਵੇਂ ਮੰਨ ਲਓ ਘਰ 'ਚ ਜਿਹੜੀ ਵੱਡੀ ਕੁੜੀ ਪਹਿਲਾਂ ਵਿਆਹੀ ਹੋਈ ਸੀਗੀ, ਹਨਾ ਨਾ, ਸੌਰੀ, ਜੇ ਮੰਨ ਲਓ ਘਰ 'ਚ ਕੁੜੀਆਂ ਛੋਟੀਆਂ ਨੇ ਤੇ ਉਸ ਤੋਂ ਪਹਿਲਾਂ ਭਰਜਾਈ ਵਿਆਹ ਕੇ ਆ ਗਈ ਆ, ਆਪਣੇ ਘਰਾਂ 'ਚ ਵੀ ਦੇਖਣ ਦੀਆਂ ਗੱਲਾਂ ਨੇ। ਤਾਂ ਸਾਡੇ ਮੰਮੀ ਹੁਣੇ ਦੱਸਦੇ ਹੁੰਦੇ ਨੇ ਕਿ ਮੇਰੇ ਗਹਿਣੇ ਗਾਹਾਂ ਮਤਲਬ ਅੱਗਿਓਂ ਪਾ ਦਿੱਤੇ ਸੀ ਤੁਹਾਡੀਆਂ, ਮਤਲਬ ਜੇ ਆਪਾਂ ਕਹੀਏ ਵੀ ਉਹ ਮਤਲਬ ਘਰ ਦੀ ਜਿਹੜੀ ਨੂੰਹ ਦੇ ਗਹਿਣੇ ਹੁੰਦੇ ਸੀ ਉਹ ਘਰ ਦੀ ਧੀ ਨੂੰ ਅੱਗੇ ਪਾ ਕੇ ਵਿਆਹ ਦਿੰਦੇ ਹੁੰਦੇ ਸੀਗੇ। ਤੇ ਦੇਖੋ ਵੀ ਉਦੋਂ ਲੋਕੀ ਕਿਉਂ ਕਰਦੇ ਸੀ ਐਵੇਂ, ਕਿਸੇ ਨੂੰ ਅੱਜ ਦੀ ਘੜੀ ਤੁਸੀਂ ਆਪਦੇ ਗਹਿਣੇ ਲਾ ਕੇ ਫੜਾ ਦੋਗੇ? ਬਿਲਕੁਲ ਨਹੀਂ, ਕਿਉਂਕਿ ਉਦੋਂ ਲੋਕਾਂ ਨੂੰ ਇੱਕ ਦੂਜੇ ਦੀ ਜ਼ੁਬਾਨ ਤੇ ਭਰੋਸਾ ਹੁੰਦਾ ਸੀਗਾ, ਹਨਾ, ਵੀ ਇਹਨੇ ਮੋੜ ਦੇ, ਵੀ ਮੇਰੇ ਚੀਜ਼ ਮੋੜ ਦੇਣੀ ਆ, ਹਨਾ।
ਤੇ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕਹਿੰਦੇ ਹੁੰਦੇ ਆ ਵੀ ਬੰਦੇ ਲੋਕੀ ਕਹਿੰਦੇ ਹੁੰਦੇ ਸੀ ਅੱਗੇ ਵੀ ਜਿਹਦੀ ਜ਼ੁਬਾਨ ਆ ਉਹਦਾ ਮੁੱਲ ਆ ਹਨਾ, ਲੋਕੀ ਉਹਦੀ ਉਦਾਹਰਨਾਂ ਦਿੰਦੇ ਹੁੰਦੇ ਸੀਗੇ ਲੋਕਾਂ ਨੂੰ। ਤੇ ਉਹ ਜ਼ੁਬਾਨ ਚਾਹੇ ਬੰਦਾ ਜਿਹੜੇ ਮਰਜ਼ੀ ਕੰਮ 'ਚ ਕਰ ਲੈਂਦਾ ਸੀ, ਉਹਦੇ ਤੋਂ ਮੁੱਕਰਦਾ ਨਹੀਂ ਸੀਗਾ। ਹੁਣ ਅਸੀਂ ਲਿਖਤਾਂ ਪੜਤਾਂ ਤੋਂ ਵੀ ਮੁੱਕਰ ਜਾਂਦੇ ਹਾਂ ਹਨਾ। ਅਸੀਂ ਕਿਸੇ ਨਾਲ ਲਿਖਤ ਵੀ ਕੀਤੀ ਹੁੰਦੀ ਹੈ ਵੀ ਮੈਂ ਤੇਰੇ ਤੋਂ ਫਲਾਣੇ ਸਮੇਂ ਆਹ ਚੀਜ਼ ਲਈ ਆ ਤੇ ਮੈਂ ਇੰਨੇ ਸਮੇਂ ਨੂੰ ਤੈਨੂੰ ਮੋੜ ਕੇ ਦੇਣਾ, ਲੋਕੀ ਉੱਥੇ ਮੁੱਕਰ ਜਾਂਦੇ ਆ ਹਨਾ। ਮੇਰੇ ਨਾਲ ਇੰਨੇ ਛੋਟੇ ਛੋਟੇ ਤਜਰਬੇ ਹੋਏ। ਕਈ ਵਾਰੀ ਤੁਸੀਂ ਮਤਲਬ ਕਿੰਨੇ ਤੁਹਾਡੇ ਜ਼ਰੂਰਤ ਵਾਲੇ ਉਹ ਪੈਸੇ ਹੁੰਦੇ ਆ ਤੇ ਤੁਸੀਂ ਕਿਸੇ ਨੂੰ ਦਿੰਦੇ ਹੋ। ਇੱਦਾਂ ਮੇਰੇ ਨਾਲ ਇੱਕ ਵਾਰੀ ਹੋਇਆ ਕਿ ਮੈਨੂੰ ਗਨੂਨ ਨੇ ਆ ਕੇ ਦੱਸਿਆ ਕਿ ਕੋਈ ਬੰਦਾ ਜਿਹੜਾ ਆਪਦੇ ਬੱਚਿਆਂ ਦੀ ਫੀਸ ਨਹੀਂ ਭਰ ਸਕਦਾ ਹਨਾ। ਤੇ ਮੈਂ ਉਹਨੂੰ ਕਿਹਾ ਕਿ ਤੂੰ ਕੀ ਕਰ ਸਕਦੀ ਆ ਉਹਦੇ 'ਚ। ਉਹਨੇ ਵਿਚਾਰੀ ਨੇ ਆਪਦੀ ਗੋਲਕ ਭੰਨੀ, ਉਹਦੇ 'ਚੋਂ 10-12 ਹਜ਼ਾਰ ਰੁਪਏ ਕੱਢ ਕੇ ਉਹਨੇ ਮੈਨੂੰ ਦਿੱਤਾ ਤੇ ਉਹਦੇ 'ਚ ਥੋੜੇ ਪੈਸੇ ਮੈਂ ਪਾ ਕੇ ਅਸੀਂ ਉਹਦੀ 6 ਮਹੀਨੇ ਦੀ ਬੱਚੇ ਦੀ ਫੀਸ ਭਰੀ ਹਨਾ। ਤੇ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਫੋਨ ਕੀਤਾ, ਕਹਿੰਦੇ ਵੀ ਤੁਸੀਂ ਉਹਦੀ ਫੀਸ ਕਿਉਂ ਭਰੀ? ਮੈਂ ਕਿਹਾ ਵੀ ਗਨੂਨ ਨੇ ਕਿਹਾ ਵੀ ਉਹ ਭਰ ਨਹੀਂ ਸਕਦੇ। ਉਹ ਕਹਿੰਦੇ ਵੀ ਉਹਦੇ ਫਾਦਰ ਗਵਰਨਮੈਂਟ ਜੌਬ ਕਰਦੇ ਨੇ ਤੇ ਵੀ ਉਹ ਬੰਦਾ ਜੇ ਆਪਦੇ ਬੱਚੇ ਦੀ ਫੀਸ ਨਹੀਂ ਭਰ ਸਕਦਾ ਤਾਂ ਤੁਸੀਂ ਮਤਲਬ ਕਿੰਨਾ ਕੁ ਚਿਰ ਉਹਦੀਆਂ ਫੀਸਾਂ ਭਰ ਦੋਗੇ ਨਾ। ਤੇ ਉਸ ਬੰਦੇ ਨੇ ਸਾਨੂੰ ਇੱਕ ਵਾਰ ਵੀ ਨਹੀਂ ਦੱਸਿਆ ਕਿ ਮੇਰਾ ਪਿਓ ਆ ਜਿਹੜਾ ਉਹ ਸਰਕਾਰੀ ਨੌਕਰੀ ਤੇ ਆ ਤੇ ਮੈਂ ਆਪਣੇ ਨਿਆਣੇ ਦੀ ਫੀਸ ਭਰ ਸਕਦਾ। ਕਈ ਲੋਕ ਇੰਨੀ ਚਲਾਕੀ ਨਾਲ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ ਜਾਂ ਚਲਾਕੀ ਨਾਲ ਕੋਈ ਚੀਜ਼ ਲੈ ਲੈਣਗੇ ਕਿ ਤੁਹਾਨੂੰ ਲੱਗੂਗਾ ਕਿ ਯਾਰ ਇਸ ਵਕਤ ਜੇ ਮੈਂ ਇਹਦੀ ਬਾਹ ਨਾ ਫੜੀ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰ ਸਕੂੰ ਹਨਾ। ਇਹ ਹੁੰਦਾ ਓਵਰ ਇਮੋਸ਼ਨਲ ਹੋਣਾ। ਤੇ ਓਵਰ ਇਮੋਸ਼ਨਲ ਹੋ ਕੇ ਅਸੀਂ ਬੰਦੇ ਦੇ ਹੱਥ ਤੇ ਜਿਹੜੀ ਵੀ ਚੀਜ਼ ਸਾਨੂੰ ਲੱਗਦੀ ਹੈ ਕਿ ਇੰਨਾ ਕੁ ਮੈਂ ਕਰ ਸਕਦਾ ਇਹਦਾ ਹਨਾ, ਆਪਾਂ ਧਰ ਦਿੰਦੇ ਆ। ਪਰ ਸਾਹਮਣੇ ਵਾਲਾ ਮੁੜ ਕੇ ਤੁਹਾਡੇ ਵੱਲ ਦੇਖਦਾ ਵੀ ਨਹੀਂ। ਜਿਵੇਂ ਤੁਸੀਂ ਕਿਹਾ ਕਿ ਆਪਣੇ ਬਜ਼ੁਰਗ ਹੁਣ ਵੀ ਉਦਾਹਰਨਾਂ ਦੇਣਗੇ ਵੀ ਫਲਾਣੇ ਟਾਈਮ ਤੇ ਸਾਡੀ ਫਲਾਣਿਆਂ ਨੇ ਬਾਂਹ ਫੜੀ ਸੀ ਹਨਾ। ਸਾਡੇ ਇੱਕ ਚਾਚਾ ਜੀ ਨੇ, ਉਹ ਮੇਰੇ ਪਾਪਾ ਦੇ ਮਾਸੀ ਜੀ ਦੇ ਬੇਟੇ ਲੱਗਦੇ ਨੇ ਹਨਾ, ਸਾਡੇ ਕੋਲ ਹੀ ਰਹਿੰਦੇ ਨੇ ਪਟਿਆਲੇ। ਉਹ ਸਾਨੂੰ ਜਿੰਨੀਆਂ ਅਸੀਂ ਭੈਣਾਂ, ਜਿੰਨੀਆਂ ਮੇਰੀ ਭੂਆ ਜੀ ਹੁਣੀ ਨੇ, ਉਹ ਸਾਨੂੰ ਸਾਰਿਆਂ ਨੂੰ ਲੋਹੜੀ ਦੀਵਾਲੀ ਦੇ ਕੇ ਜਾਂਦੇ ਆ ਹਨਾ। ਤੇ ਚਾਹੇ ਉਹ ਤੁਹਾਡੇ ਕੋਲ 10 ਮਿੰਟ ਲਈ ਆਉਣਗੇ, ਤੁਸੀਂ ਉਹਨਾਂ ਨੂੰ ਕਹੋਗੇ ਵੀ ਚਾਚੀ ਤੁਸੀਂ ਨਾ ਕਰਿਆ ਕਰੋ, ਤੁਸੀਂ ਇੰਨੇ ਸਮੇਂ ਤੋਂ ਕਰ। ਉਹ ਹਮੇਸ਼ਾ ਇੱਕ ਗੱਲ ਕਹਿ ਕੇ ਜਾਣਗੇ, ਕਹਿੰਦੇ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਤੁਹਾਡੇ ਪਿੰਡ ਰਹਿੰਦਾ ਸੀ ਤੇ ਮੈਨੂੰ ਪਤਾ ਕਿ ਮਾਸੀ ਹੁਣਾਂ ਨੇ ਤੇ ਤੇਰੇ ਪਾਪਾ ਹੁਣਾਂ ਨੇ ਮੇਰਾ ਕਿੰਨਾ ਕੀਤਾ ਹਨਾ। ਅੱਜ ਮਤਲਬ ਉਹ ਹੈਸੀਅਤ 'ਚ ਸਾਡੇ ਨਾਲੋਂ 5-6 ਗੁਣਾ ਵੱਡੇ ਨੇ, ਉਹਨਾਂ ਕੋਲੇ ਆਪਣੀਆਂ ਫੈਕਟਰੀਆਂ ਨੇ। ਪਰ ਜੇ ਉਹ ਚਾਹਣ ਤਾਂ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦਾ ਹੰਕਾਰ ਵੀ ਹੋ ਸਕਦਾ, ਪਰ ਉਹ ਜਦੋਂ ਵੀ ਆਉਣਗੇ ਐਂ ਲੱਗਣਗੇ ਵੀ ਉਹਨਾਂ ਨੂੰ ਹਾਲੇ ਤੱਕ ਉਹ ਸਮਾਂ ਹੀ ਨਹੀਂ ਭੁੱਲਿਆ ਹਨਾ। ਉਹ ਕਹਿੰਦੇ ਵੀ ਕਈ ਵਾਰ ਦੱਸਣਗੇ ਵੀ ਅਸੀਂ ਇੱਕ ਸਾਈਕਲ ਤੇ, ਤੇਰੇ ਪਾਪਾ ਕੋਲ ਸਾਈਕਲ ਹੁੰਦਾ ਸੀ, ਅਸੀਂ ਇੱਕ ਸਾਈਕਲ ਤੇ ਸਕੂਲ ਜਾਂਦੇ ਰਹੇ ਆ। ਤੇ ਮੈਨੂੰ ਲੱਗਦਾ ਹੁੰਦਾ ਵੀ ਇਹੋ ਜਿਹੇ ਵੀ ਤਾਂ ਲੋਕ ਦੁਨੀਆ ਤੇ ਪਏ ਨੇ ਜਿਨ੍ਹਾਂ ਨੇ ਅੱਜ ਦੀ ਘੜੀ ਤੁਹਾਡੇ ਤੋਂ ਕੋਈ ਮਤਲਬ ਨਹੀਂ ਲੈਣਾ, ਅਸੀਂ ਹੀ ਉਹਨਾਂ ਤੋਂ ਮਤਲਬ ਲਵਾਂਗੇ ਜੇ ਜ਼ਿੰਦਗੀ 'ਚ ਕਦੀ ਹਨਾ। ਪਰ ਉਹ ਯਾਦ ਰੱਖਦੇ ਨੇ। ਤੇ ਦੂਜੇ ਪਾਸੇ ਉਹ ਵੀ ਹੁੰਦੇ ਨੇ ਵੀ ਜਿਨ੍ਹਾਂ ਨੂੰ ਤੁਸੀਂ ਸਾਲ ਪਹਿਲਾਂ ਕੋਈ ਮਦਦ ਦਿੱਤੀ, ਉਹਨਾਂ ਨੂੰ ਉਹ ਵੀ ਕਹਿਣਗੇ ਅੱਛਾ ਮੈਨੂੰ ਨਹੀਂ ਚੇਤੇ ਹੈਗਾ ਕਦੋਂ ਇਹ ਗੱਲ ਹੋਈ ਸੀਗੀ। ਹਾਂ, ਜਾਂ ਅਗਲਾ ਕਹਿ ਗੱਲ ਇੱਕ ਵਾਰੀ ਇਹਨੇ ਮੇਰਾ ਕਰਕੇ ਦਿੱਤਾ 10 ਵਾਰੀ ਸੁਣਾਉਂਦਾ। ਅੱਛਾ, ਇਹ ਹੁੰਦਾ ਵੀ ਹੈ ਕਈ ਵਾਰੀ ਤੁਸੀਂ ਕਿਸੇ ਦੀ ਉਨੀ ਮਦਦ ਕਰਦੇ ਨਹੀਂ ਜਿੰਨੀ ਤੁਸੀਂ ਅਗਲੇ ਨੂੰ ਜਿਤਾ ਦਿੰਦੇ ਹੋ ਹਨਾ। ਪਰ ਜਿਵੇਂ ਤੁਸੀਂ ਆਪਣੇ ਚਾਚਾ ਜੀ ਦੀ ਗੱਲ ਦੱਸੀ ਹੈ ਤਾਂ ਇਹ ਮੈਨੂੰ ਲੱਗਦਾ ਪੀੜ੍ਹੀ ਸੀਗੀ ਤੇ ਸਾਡੇ ਵਾਲੇ ਅੱਛ ਨਹੀਂ ਹੋਊਗੀ ਹਨਾ। ਜਿਵੇਂ ਆਪਾਂ ਇੱਕੋ ਵਾਰ ਦੇ ਸਬਕ ਤੋਂ ਬੜਾ ਕੁਝ ਸਿੱਖ ਲੈਂਦੇ ਤੇ ਆਪਾਂ ਉੱਥੇ ਹੀ ਡਿਸਾਈਡ ਕਰ ਲੈਂਦੇ ਵੀ ਹੁਣ ਮੈਂ ਕਿਸੇ ਦੀ ਹੈਲਪ ਨਹੀਂ ਕਰਨੀ ਹੈਗੀ ਹਨਾ। ਜਿਵੇਂ ਆਪਣੇ ਅੱਗੇ ਬਜ਼ੁਰਗ, ਆਪਾਂ ਹੁਣ ਦੇਖਦੇ ਹਾਂ ਵੀ ਜੇ ਕੋਈ ਘਰੇ ਆਪਾਂ ਕੰਮ ਕਰਨਾ ਹੋਵੇ, ਆਪਾਂ ਇਹ ਦੇਖਦੇ ਹਾਂ ਵੀ ਮੇਰੇ ਕੋਲੇ ਪੈਸੇ ਹੈਗੇ ਨੇ ਜਾਂ ਮੇਰੇ ਕੋਲੇ ਆਹ ਜ਼ਰੂਰਤ ਪੂਰੀ ਹੈਗੀ, ਆਪਾਂ ਤਾਂ ਹੀ ਕੋਈ ਕੰਮ ਤੋਰਦੇ ਹਾਂ ਅੱਗੇ ਹਨਾ। ਜਾਂ ਕੋਈ ਵਿਆਹ ਦਾ ਹੋ ਗਿਆ ਜਾਂ ਘਰ ਦਾ ਹੋ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ, ਆਪਾਂ ਨੂੰ ਇਹ ਦੇਖਦੇ ਹਾਂ ਵੀ ਮੇਰੇ ਕੋਲੇ ਹੈਗਾ ਲਾਉਣ ਜੋਗਾ ਨਾ। ਅੱਗੇ ਕਈ ਵਾਰੀ ਜਿਵੇਂ ਕਿਸੇ ਨੂੰ ਕਿਸੇ ਦੇ ਮਤਲਬ ਮੁੰਡੇ ਕੁੜੀ ਨੂੰ ਚੰਗਾ ਸਾਕ ਮਿਲਣਾ ਹਨਾ, ਪਰ ਉਹ ਉਸ ਟਾਈਮ ਉਹਦੇ ਹੱਥ 'ਚ ਪੈਸਾ ਨਹੀਂ ਸੀ ਹੁੰਦਾ, ਉਹ ਤਾਂ ਵੀ ਕਹਿ ਦਿੰਦੇ ਸੀ ਹਾਂਜੀ ਵਿਆਹ ਧਰ ਲਓ, ਕਿਉਂਕਿ ਉਹਨੂੰ ਪਤਾ ਹੁੰਦਾ ਸੀ ਵੀ ਮੇਰੀ ਇਸ ਟਾਈਮ ਮਦਦ ਕਰਨ ਵਾਲੇ ਮੇਰੇ ਆਪਣੇ ਹੈਗੇ ਨੇ ਹਨਾ। ਤੇ ਬੰਦਾ ਉਹਨਾਂ ਚੀਜ਼ਾਂ ਨੂੰ ਯਾਦ ਵੀ ਰੱਖਦਾ ਸੀਗਾ। ਤੇ ਅੱਛਾ, ਉਦੋਂ ਦੇਣ ਲੈਣ ਇੰਨਾ ਉੱਲੇ 'ਚ ਹੁੰਦਾ ਸੀਗਾ, ਕਿਸੇ ਨੂੰ ਇਹ ਭਾਵ ਤੱਕ ਵੀ ਨਹੀਂ ਸੀ ਹੁੰਦੀ ਵੀ ਕਿਹਨੇ ਕੀ ਤੋਂ ਕਿੰਨਾ ਫੜਿਆ ਹੋਇਆ ਪੈਸਾ ਹਨਾ। ਤੇ ਉਹ ਕਦੋਂ ਮੋੜ ਦਿੰਦੇ ਸੀਗੇ ਇਹ ਵੀ ਨਹੀਂ ਸੀ ਕਿਸੇ ਨੂੰ ਪਤਾ ਹੁੰਦਾ ਹਨਾ। ਤੇ ਹੁਣ ਆਪਾਂ ਨੂੰ ਯਕੀਨ ਹੀ ਨਹੀਂ, ਕਿਉਂਕਿ ਆਪਾਂ ਉਦਾਂ ਦੇ ਲੋਕ ਜਾਂ ਉਦਾਂ ਦੇ ਸੰਬੰਧ ਹੀ ਨਹੀਂ ਪੈਦਾ ਕੀਤੇ। ਹੁਣ ਤੁਸੀਂ ਕਿੰਨੇ ਲੋਕ ਨੇਗੇ ਆਪਾਂ ਕਹਿੰਦੇ ਆ ਵੀ ਯਾਰ ਤੁਹਾਡਾ 10 ਰੁਪਏ ਨਾਲ ਕੀ ਘਟ ਜਾਊਗਾ ਹਨਾ। ਕਿੰਨੇ ਨੇਗੇ ਜਿੰਨੇ ਆਪਾਂ ਨੂੰ ਕਈ ਵਾਰੀ ਸੜਕ ਤੇ ਜਾਂ ਉਦਾਂ ਜਾਂ ਆਪਣੇ ਪਰਿਵਾਰਾਂ 'ਚ ਕਈ ਵਾਰ ਲੋਕ ਕੰਮ ਕਰਨ ਆਉਂਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਯਾਰ ਇਹ ਜ਼ਰੂਰਤਮੰਦ ਨੇਗੇ ਹਨਾ।
ਤੁਸੀਂ ਕਿਸੇ ਨੂੰ ਇੱਕ ਚੀਜ਼ ਫਾਲਤੂ ਤੁਸੀਂ ਮਤਲਬ ਉਹਨਾਂ ਦੀ ਹੈਲਪ ਕਰ ਦਿਓ, ਪਰ ਤੁਸੀਂ ਉਹਨਾਂ ਨੂੰ ਕੋਈ ਕੰਮ ਫਾਲਤੂ ਨਹੀਂ ਕਹਿ ਸਕਦੇ। ਸਹੀ ਗੱਲ ਆ। ਔਰ ਉਹ ਜਦੋਂ ਹਟਦੇ ਨੇ ਭੁੱਲ ਵੀ ਜਾਂਦੇ ਨੇ। ਹਾਂ, ਛੋਟੀ ਜਿਹੀ ਚੀਜ਼ ਤੇ ਤੁਹਾਡੇ ਨਾਲ ਕੋਈ ਕਿਸੇ ਦੀ ਹੋ ਜਾਵੇ ਨਾ, ਉਹ ਕਦੇ ਨਹੀਂ ਯਾਦ ਰੱਖਦਾ ਵੀ ਜਦੋਂ ਮੈਨੂੰ ਜ਼ਰੂਰਤ ਸੀ ਜਾਂ ਇਹਨੇ ਮੇਰਾ ਜ਼ਿੰਦਗੀ ਭਰ ਇੰਨਾ ਕੀਤਾ, ਬੰਦਾ ਜਦੀ ਭੁੱਲ ਜਾਂਦਾ। ਹਾਂ, ਅੱਗੇ ਦੇਖ ਲਓ ਕਿੰਨੇ ਸਾਲ ਤੱਕ ਮਤਲਬ ਆਪਣੇ ਪਿੰਡਾਂ 'ਚ ਆਪਾਂ ਦੇਖਦੇ ਆਂ ਵੀ ਆਪਣੇ ਘਰਾਂ 'ਚ ਲੋਕੀ ਕੰਮ ਕਰਦੇ ਰਹਿੰਦੇ ਹੁੰਦੇ ਸੀਗੇ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਨਿਆਣੇ ਵਿਆਹੁਣ ਵਾਲੇ ਨੇਗੇ, ਤਾਂ ਉਹ ਬਸ ਇਸ ਚੱਕਰ 'ਚ ਵਿਚਾਰੇ ਕੰਮ ਕਰੀ ਜਾਂਦੇ ਹੁੰਦੇ ਸੀਗੇ ਵੀ ਇਹਨਾਂ ਨੇ ਸਾਡਾ ਉਦੋਂ ਹੰਦਾ ਲਾਇਆ ਸੀ, ਇਹਨਾਂ ਨੇ ਉਦੋਂ ਸਾਡੀ ਇੰਨੀ ਹੈਲਪ ਕੀਤੀ ਸੀ, ਜਾਂ ਮੇਰੇ 2 ਨਿਆਣੇ ਜਾਂ ਮੇਰਾ ਹਲੇ 1 ਨਿਆਣਾ ਰਹਿੰਦਾ ਵਾ, ਤਾਂ ਉਦੋਂ ਇਹਨਾਂ ਨੇ ਹੀ ਕਰਨਾ ਵਾ ਸਾਰਾ, ਹਨਾ। ਲੋਕੀ ਇਸ ਚੱਕਰ 'ਚ ਵੀ ਕੰਮ ਕਰੀ ਜਾਂਦੇ ਹੁੰਦੇ ਸੀ। ਹੁਣ ਅਗਲਾ ਕਹਿੰਦਾ ਮੇਰੀ ਹੈਲਪ ਕਰਨੀ ਆ ਕਰ ਦੋ, ਪਰ ਪੈਸੇ ਤਾਂ ਮੈਂ ਲਊਂਗਾ। ਚਲੋ ਉਸ ਸਮੇਂ ਦੀਆਂ ਜ਼ਰੂਰਤਾਂ ਵੀ ਨੇ, ਜਿਹੋ ਜਿਹੇ ਖਰਚੇ ਆਪਣੇ ਨੇ ਤੇ ਉਹੋ ਜਿਹੇ ਉਹਨਾਂ ਦੇ ਵੀ ਨੇਗੇ। ਪਰ ਮੰਨ ਲਓ ਹੁਣ ਬਰੋਬਰ ਦੇ ਧਿਰ ਵਾਲਾ ਬੰਦਾ ਕੋਈ ਥੋਤੋਂ ਹੈਲਪ ਲੈ ਕੇ ਬਾਅਦ ਚੋਂ ਮੁੱਕਰ ਜਾਵੇ, ਉਹ ਕਿੰਨਾ ਉਹਦੇ ਤੇ ਗੁੱਸਾ ਆਉਂਦਾ ਵਾ, ਹਨਾ। ਜਾਂ ਕਈ ਵਾਰੀ ਤੁਸੀਂ ਕਿਸੇ ਨੂੰ ਤਰਸਮੰਦ ਮਤਲਬ ਦੇ ਤਰਸ ਦੇ ਆਧਾਰ ਤੇ ਤੁਸੀਂ ਉਹਦੀ ਹੈਲਪ ਕਰਤੀ, ਜਾਂ ਜ਼ਰੂਰਤ ਦੇ ਆਧਾਰ ਤੇ ਤੁਸੀਂ ਉਹਦੀ ਹੈਲਪ ਕਰਤੀ, ਤੇ ਉਹ ਬੰਦਾ ਬਾਅਦ ਚੋਂ ਗੌਲਦਾ ਹੀ ਨਹੀਂ ਹੈਗਾ। ਫਿਰ ਉੱਥੇ ਚੇਂਜ ਸ਼ੁਰੂ ਹੁੰਦਾ ਹੈ ਕਿ ਯਾਰ ਅੱਜ ਤੋਂ ਬਾਅਦ ਮੈਂ ਕਿਸੇ ਦੀ ਮਦਦ ਹੀ ਨਹੀਂ ਕਰਨੀ, ਹਨਾ। ਸੋ ਭਾਵੇਂ ਕੋਈ ਅੱਜ ਦੇ ਸਮੇਂ 'ਚ ਤੁਹਾਡੇ ਲਈ ਥੋੜਾ ਕਰਦਾ, ਚਾਹੇ ਕੋਈ ਬਹੁਤਾ ਕਰਦਾ ਵਾ, ਹਨਾ, ਤਾਂ ਉਹਨੂੰ ਮੈਂ ਕਹਿੰਦੀ ਕਿ ਤੁਹਾਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ, ਤੇ ਅਗਲੇ ਨੂੰ ਵੀ ਅਹਿਸਾਸ ਕਰਾਉਂਦੀ ਰਹੋ ਵੀ ਤੁਸੀਂ ਮੇਰੇ ਫਲਾਣੇ ਟਾਈਮ ਕੰਮ ਆਏ ਸੀ ਜਦੋਂ ਹੋਰ ਕੋਈ ਕੰਮ ਨਹੀਂ ਆਇਆ ਹੈਗਾ, ਹਨਾ। ਇਹ ਚੀਜ਼ ਅਗਲੇ ਬੰਦੇ ਨੂੰ ਮੋਟੀਵੇਟ ਕਰਦੀ ਹੈ ਕਿ ਮੈਂ ਯਾਰ 10 ਜਣਿਆਂ ਦੇ ਹੋਰ ਕੰਮ ਆਵਾਂ, ਹਨਾ। ਵੀ ਕਿਸੇ ਦਾ ਮੌਕਾ ਉਦੋਂ ਕਿੰਨਾ ਸੰਭਾਲਿਆ ਗਿਆ, ਕੋਈ ਉਸ ਮੌਕੇ ਕਿੰਨਾ ਸੌਖਾ ਹੋ ਗਿਆ ਜੇ ਮੈਂ ਅੱਗੇ ਵੱਧ ਕੇ ਉਹਦੀ ਥੋੜੀ ਜਿਹੀ ਵੀ ਹੈਲਪ ਕਰਤੀ। ਨਾ ਕਿ ਬੰਦੇ ਨੂੰ ਇਹੋ ਜਿਹਾ ਸਬਕ ਦੇ ਕੇ ਜਾਓ ਵੀ ਬੰਦਾ ਸੋਚੇ ਕਿ ਯਾਰ ਮੈਂ ਅੱਗੇ ਤੋਂ ਕਿਸੇ ਦਾ ਭਲਾ ਨਹੀਂ ਕਰਨਾ, ਜਾਂ ਮੈਂ ਅੱਗੇ ਤੋਂ ਕਿਸੇ ਦੀ ਮਦਦ ਨਹੀਂ ਕਰਨੀ, ਹਨਾ। ਦੇਖੋ ਆਪਾਂ ਆਮ ਗੱਲਾਂ ਕਰਦੇ ਹੁੰਦੇ ਆ ਵੀ ਤੁਸੀਂ ਧਾਰਮਿਕ ਥਾਂ ਤੇ ਹਨਾ ਪੈਸੇ ਪਾਉਣ ਦੀ ਬਜਾਏ ਵੀ ਤੁਸੀਂ ਤੁਹਾਡੇ ਆਲੇ ਦੁਆਲੇ ਜਿਹੜੇ ਲੋਕ ਨੇ ਲੋੜਵੰਦ, ਤੁਸੀਂ ਉਹਨਾਂ ਨੂੰ ਦੇ ਦਿਓ। ਪਰ ਉੱਥੇ ਦੇ ਕੇ ਵੀ ਨਾ ਕਈ ਵਾਰ ਤੁਸੀਂ ਪਛਤਾਉਣ ਲੱਗ ਜਾਂਦੇ ਹੋ। ਜੇ ਤੁਸੀਂ ਇੱਕ ਕਿਸੇ ਇਹੋ ਜਿਹੇ ਬੰਦੇ ਦੀ ਮਦਦ ਕਰ ਦਿੰਦੇ ਹੋ ਤਾਂ ਉਹਨੂੰ ਕਈ ਵਾਰੀ ਇਹ ਵੀ ਲੱਗਣ ਲੱਗ ਜਾਂਦਾ ਵੀ ਇਹਦੇ ਕੋਲ ਵਾਧੂ ਹੈ ਹੁਣ, ਹਨਾ, ਵੀ ਸ਼ਾਇਦ ਇਹਦੇ ਕੋਲ ਇੰਨਾ ਪਿਆ ਸੀ ਵੀ ਮੈਂ ਜਦੋਂ ਇਹਨੂੰ ਕਿਹਾ ਨੇ ਮੈਨੂੰ ਚੁੱਕ ਕੇ ਪੈਸੇ ਦੇਤੇ, ਜਦ ਕਿ ਆਪਣੇ ਕੋਲ ਹੁੰਦੇ ਇੰਨੇ ਕਿ ਨਹੀਂ ਵੀ ਆਪਾਂ ਉਹਨੂੰ ਦਸਵੰਧ ਸਮਝ ਕੇ ਆਪਾਂ ਉਨਾ ਕੁ ਪੈਸਾ ਕੱਢ ਸਕਦੇ ਹਾਂ, ਹਨਾ। ਫਿਰ ਉਹ ਕਈ ਹੋਰਾਂ ਨੂੰ ਦੱਸਣ ਲੱਗ ਜਾਂਦਾ, ਤੇ ਜਦੋਂ ਤੁਸੀਂ ਹੋਰਾਂ ਦੀ ਮਦਦ ਨਹੀਂ ਕਰਦੇ ਹੈਗੇ, ਫਿਰ ਉਹ ਬੰਦਾ ਜਿਹਨੇ ਕਿਸੇ ਨੂੰ ਦੱਸਿਆ ਹੁੰਦਾ ਉਹ ਵੀ ਤੁਹਾਡੇ ਲਈ ਉਹੀ ਬਰਾਬਰ ਹੋ ਜਾਂਦਾ, ਉਹ ਵੀ ਤੁਹਾਡੀ ਉਨੀ ਉਹ ਨਿੰਦਿਆ ਕਰਨ ਲੱਗ ਜਾਂਦਾ ਨਾ। ਮੈਂ ਇੱਕ ਕਹਾਣੀ ਲਿਖੀ ਸੀ ਗੁਰਦੇਵੋ ਭੂਆ, ਹਨਾ, ਆਪਾਂ ਪੋਡਕਾਸਟ 'ਚ ਪੜ੍ਹੀ ਵੀ ਸੀਗੀ। ਉਹ ਭੂਆ ਜੀ ਸਾਡੇ ਪਿੰਡ ਦੇ ਸੀਗੇ ਤੇ ਬੜੇ ਚੰਗੇ ਘਰ ਵਿਆਹੇ ਹੋਏ ਸੀਗੇ। ਉੱਥੋਂ ਉਹਨਾਂ ਨੂੰ ਵਿਚਾਰਿਆਂ ਨੂੰ ਰੱਖਿਆ ਨਹੀਂ, ਉਹ ਬੱਚੇ ਲੈ ਕੇ ਸਾਡੇ ਪਿੰਡ ਆ ਗਏ, ਤੇ ਸਾਰੀ ਉਮਰ ਉਹਨਾਂ ਨੇ ਸਾਡੇ ਪਿੰਡਾਂ ਦੇ ਘਰਾਂ 'ਚ ਕੰਮ ਕੀਤਾ। ਤੇ ਮੈਨੂੰ ਅੱਜ ਤੱਕ ਵੀ ਯਾਦ ਹੈ ਵੀ ਜਿਹੜੇ ਘਰ 'ਚੋਂ ਕੰਮ ਕਰਦੇ ਹੁੰਦੇ ਸੀ, ਵਿਆਹ 'ਚ ਸਲਾਹ ਤੱਕ ਉਹਨਾਂ ਦੀ ਲਈ ਜਾਂਦੀ ਹੁੰਦੀ ਸੀ ਵੀ ਕਿਹੜੇ ਟੱਬਰ 'ਚ ਰੋਟੀ ਜਾਊਗੀ, ਕਿੰਨੀ ਰੋਟੀ ਬਣੂਗੀ, ਮਤਲਬ ਸਾਰਾ ਕੰਮ ਹਲਵਾਈਆਂ ਦਾ ਉਹ ਕਰਾਉਂਦੇ ਹੁੰਦੇ ਸੀਗੇ। ਤੇ ਜਦੋਂ ਉਹਨਾਂ ਦਾ ਨਾ ਇੱਕ ਵਾਰੀ ਬਹੁਤ ਬਰਸਾਤਾਂ ਹੋਈਆਂ, ਉਹਨਾਂ ਦਾ ਘਰ ਢਹਿ ਗਿਆ, ਠੀਕ ਸੀ ਉਹਨਾਂ ਦਾ ਘਰ। ਸਾਡੇ ਪਿੰਡੋਂ ਮੈਨੂੰ ਪਤਾ ਵੀ ਜਿਹੜੀਆਂ ਸਾਡੇ ਪਿੰਡ ਕੁੜੀਆਂ ਵਿਆਹੀਆਂ ਵੀ ਹੋਈਆਂ ਸੀਗੀਆਂ ਵੀ ਉਹ ਵੀ ਆ ਕੇ ਉਹਨਾਂ ਦੀ ਮਦਦ ਕਰਕੇ ਗਈਆਂ, ਤੇ ਇੰਨਾ ਕੁ ਰੋਈਆਂ ਜਿਵੇਂ ਐਂ ਲੱਗਿਆ ਹਰ ਬੰਦੇ ਨੂੰ ਵੀ ਜਿਵੇਂ ਆਪਦੀ ਸਕੀ ਭੂਆ ਦੇ ਘਰੇ ਇਹੋ ਜਿਹਾ ਕੁਛ ਹੋ ਗਿਆ ਹੋਵੇ ਨਾ। ਤੇ ਉਹਨਾਂ ਨੂੰ ਇੰਨੇ ਚੰਗੇ ਪੈਸੇ ਹੋਏ, ਉਹਨਾਂ ਦਾ ਘਰ ਵੀ ਬਣ ਗਿਆ, ਉਹਨਾਂ ਦੀ ਪੋਤੀ ਵੀ ਵਿਆਹੀ ਗਈ। ਤੇ ਜਦੋਂ ਹੁਣ ਵੀ ਤੁਸੀਂ ਮਤਲਬ ਹੁਣ ਸਾਲ 2 ਪਹਿਲਾਂ ਉਹ ਨਹੀਂ ਹੈਗੇ ਹਨਾ ਇਸ ਦੁਨੀਆ ਤੇ, ਤੁਸੀਂ ਜਦੋਂ ਹੁਣ ਵੀ ਉਹਨਾਂ ਕੋਲ ਜਾਂਦੇ ਸੀ ਪੁੱਛਦੇ ਹੁੰਦੇ ਸੀ ਵੀ ਭੂਆ ਤੁਹਾਡਾ ਕੀ ਹਾਲ ਆ, ਉਹਨਾਂ ਨੇ ਕਹਿਣਾ ਬਸ ਮੈਂ ਪਿੰਡ ਵਾਲਿਆਂ ਦੇ ਸਿਰ ਤੇ ਹੀ ਆ, ਹਨਾ। ਤੇ ਉਹ ਵੀ ਅੱਖਾਂ ਭਰ ਕੇ ਕਹਿਣਾ, ਉਹਨਾਂ ਨੇ ਕਦੀ ਉਹਨਾਂ ਨੇ ਜਤਾਇਆ ਨਹੀਂ ਸੀ ਵੀ ਲੈ ਮੈਂ ਤਾਂ ਸਾਰੀ ਉਮਰ ਇਹਨਾਂ ਦੇ ਘਰਾਂ 'ਚ ਕੰਮ ਕੀਤਾ, ਇਹਨਾਂ ਨੇ ਤਾਂ ਮੇਰਾ ਕੀਤਾ। ਉਹਨਾਂ ਨੇ ਹਮੇਸ਼ਾ ਕਹਿਣਾ ਵੀ ਸਾਰੀ ਉਮਰ ਹੀ ਮੈਂ ਇਹਨਾਂ ਦਾ ਦਿੱਤਾ ਖਾਧਾ, ਤੇ ਹੁਣ ਵੀ ਪਿੰਡ ਵਾਲਿਆਂ ਕਰਕੇ ਮੇਰੇ ਸਿਰ ਤੇ ਛੱਤ ਆ। ਤੇ ਇਹੋ ਜਿਹੇ ਲੋਕ ਵੀ ਤਾਂ ਹੈਗੇ ਆ, ਮੈਨੂੰ ਲੱਗਦਾ ਜਿੱਥੇ ਇਹੋ ਜਿਹਾ ਕੋਈ ਬੰਦਾ ਹੋ ਉੱਥੇ ਕਿਸੇ ਹੋਰ ਦਾ ਦੁੱਖ ਬੰਦਾ ਕਿਵੇਂ ਕਰ ਲੂ, ਜੇ ਪਿੰਡ 'ਚ ਕਿਸੇ ਹੋਰ ਨੂੰ ਇਹੋ ਜਿਹੀ ਤਕਲੀਫ ਹੋਵੇ। ਹਾਂ, ਜਿਵੇਂ ਹੁਣ ਆਪਣੇ ਕਈ ਵਾਰੀ ਕਿਸੇ ਆਪਣੇ ਜਿਵੇਂ ਘਰਾਂ 'ਚ ਦੁੱਧ ਜਦੋਂ ਘਟ ਜਾਂਦਾ ਆਪਾਂ ਆਸ ਗੁਆਂਢ ਤੋਂ ਲੈ ਲੈਂਦੇ ਆ, ਹਨਾ, ਤਾਂ ਉੱਥੇ ਵੀ ਆਪਾਂ ਯਾਦ ਰੱਖਦੇ ਆ ਵੀ ਯਾਰ ਇਹ ਉਦੋਂ ਇਹਨਾਂ ਨੇ ਸਾਡਾ ਡੰਗ ਸਾਰਿਆ ਸੀਗਾ, ਹਨਾ। ਵੀ ਕਈ ਵਾਰੀ ਤਾਂ ਕਈ ਲੋਕ ਨੇ ਵੀ ਨਿੱਕੀਆਂ ਚੀਜ਼ਾਂ ਨੂੰ ਵੀ ਯਾਦ ਰੱਖਦੇ ਨੇਗੇ, ਨਿੱਕੀਆਂ ਚੀਜ਼ਾਂ ਲਈ ਵੀ ਬੰਦੇ ਦਾ ਧੰਨਵਾਦ ਕਰਦੇ ਨੇ ਵੀ ਤੁਸੀਂ ਉਦੋਂ ਸਾਡੇ ਕੰਮ ਆਏ, ਜਾਂ ਉਦੋਂ ਸਾਨੂੰ ਜ਼ਰੂਰਤ ਸੀ ਤੇ ਤੁਸੀਂ ਸਾਡੇ ਨਾਲ ਖੜੇ, ਹਨਾ। ਜਿਵੇਂ ਬਹੁਤ ਸਾਰੇ ਲੋਕ ਨੇ, ਜਿਵੇਂ ਆਪਣੇ ਨਿਆਣੇ ਇੱਥੋਂ ਬਾਹਰ ਪੜ੍ਹਨ ਵੀ ਜਾਂਦੇ ਨੇਗੇ, ਤਾਂ ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਕਿ ਯਾਰ ਅਸੀਂ ਇਹਨਾਂ ਦੀ ਬਹੁਤ ਮਦਦ ਕੀਤੀ ਆ, ਤੇ ਬਾਅਦ ਚੋਂ ਨਿਆਣੇ ਜਦੋਂ ਪੈਰਾਂ ਸਿਰ ਹੋ ਜਾਂਦੇ ਨੇ, ਪੱਕੇ ਹੋ ਜਾਂਦੇ ਨੇ, ਮੁੜ ਕੇ ਪੁੱਛਦੇ ਨਹੀਂ ਹੈਗੇ, ਹਨਾ। ਉਹ ਵੀ ਚੀਜ਼ਾਂ ਨੇਗੀਆਂ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਆਪਣੇ ਦੇਸ਼ ਤੋਂ ਕਿਤੇ ਬਾਹਰ ਜਾਂਦੇ ਹੋ, ਹਨਾ, ਤਾਂ ਉਦੋਂ ਵੀ ਤੁਹਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਕਿਹੜੇ ਬੰਦੇ ਨੇ ਤੁਹਾਨੂੰ ਉੱਥੇ ਸਾਂਭਿਆ ਸੀ, ਇੱਥੋਂ ਗਿਆ ਨੂੰ ਤੁਹਾਨੂੰ ਲਾਇਆ ਨਾ, ਆਪਣੇ ਘਰ ਰੱਖਿਆ। ਤਾਂ ਉਹਨਾਂ ਚੀਜ਼ਾਂ ਦਾ ਵੀ ਸਾਨੂੰ
ਇਹ ਹੋਣਾ ਚਾਹੀਦਾ ਕਿ ਹਾਂਜੀ ਜਿਵੇਂ ਹੁਣ ਬਾਹਰਲੇ ਮੁਲਕਾਂ 'ਚ ਤੁਸੀਂ ਜਾਂਦੇ ਹੋ, ਉੱਥੇ ਸਭ ਤੋਂ ਜ਼ਰੂਰੀ ਇਹੀ ਹੁੰਦਾ ਵੀ ਤੁਹਾਨੂੰ ਕੋਈ ਮੂਹਰੇ ਲੈਣ ਵਾਲਾ ਹੋਵੇ, ਲਿਜਾ ਕੇ ਤੁਹਾਨੂੰ ਥੋੜਾ ਟਾਈਮ ਆਪਣੇ ਘਰ ਰੱਖ ਲਵੇ, ਤੁਹਾਨੂੰ ਰੋਟੀ ਪਾਣੀ ਦੀ ਔਖ ਸੌਖ ਨਾ ਹੋਵੇ। ਮੈਨੂੰ ਲੱਗਦਾ ਇਹ ਬਾਹਰਲੇ ਮੁਲਕਾਂ 'ਚ ਸਭ ਤੋਂ ਵੱਡੀ ਹੈਲਪ ਹੁੰਦੀ ਆ, ਹਨਾ। ਤੇ ਜਿਨ੍ਹਾਂ ਕੋਲ ਇਹ ਚੀਜ਼ ਨਹੀਂ ਹੁੰਦੀ, ਹੈਲਪ ਨਹੀਂ ਹੁੰਦੀ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੀ ਜ਼ਿੰਦਗੀ ਕਿੰਨੀ ਔਖੀ ਹੁੰਦੀ ਆ, ਹਨਾ। ਬਿਲਕੁਲ। ਜਿਵੇਂ ਮੇਰੇ ਚਾਚਾ ਜੀ ਕਹਿੰਦੇ ਨੇ ਕਿ ਮੈਂ ਜੋ ਕੁਝ ਮਰਜ਼ੀ ਬਣ ਜਾ, ਪਰ ਭੈਣੇ ਨੇ ਜੋ ਮੇਰੇ ਲਈ ਕੀਤਾ, ਕਿਉਂਕਿ ਉਹ ਮੈਨੂੰ ਅਮਰੀਕਾ ਲੈ ਕੇ ਆਈ ਸੀਗੀ, ਹਨਾ। ਉਹ ਕਹਿੰਦੇ ਕਿ ਜੋ ਮੈਂ ਮਰਜ਼ੀ ਬਣ ਜਾ, ਜੋ ਸਾਡੀ ਅੱਗੇ ਮਰਜ਼ੀ ਪੀੜ੍ਹੀਆਂ ਵੱਧ ਜਾਣ, ਹਨਾ, ਰਹੀਏ ਨਾ ਰਹੀਏ, ਪਰ ਹਮੇਸ਼ਾ ਮੈਂ ਇਸ ਚੀਜ਼ ਲਈ ਥੈਂਕਫੁਲ ਰਹੂੰਗਾ ਵੀ ਹਾਂ ਮੈਂ ਜੋ ਅੱਜ ਜ਼ਿੰਦਗੀ ਜਿਉ ਰਿਹਾ ਵੀ ਉਹ ਭੈਣ ਕਰਕੇ ਆ, ਕਿਉਂਕਿ ਭੈਣ ਮੈਨੂੰ ਇੱਥੇ ਲੈ ਕੇ ਆਈ ਸੀਗੀ ਨਾ। ਕਈ ਵਾਰੀ ਆਪਾਂ ਉਹ ਭੈਣ ਭਰਾ ਵੀ ਦੇਖੇ ਨੇ ਜਿਹੜੇ ਆਪਸ 'ਚ ਬਾਅਦ 'ਚੋਂ ਬੋਲਣੋਂ ਵਰਤਣੋਂ ਹੀ ਹਟ ਜਾਂਦੇ ਨੇ, ਹਨਾ। ਜਿਵੇਂ ਬਹੁਤ ਸਾਰੀਆਂ ਭੈਣਾਂ ਨੇ ਬਾਅਦ 'ਚੋਂ ਭਰਾਵਾਂ ਨੂੰ ਇੱਧਰੋਂ ਲੈ ਕੇ ਗਈਆਂ, ਹਨਾ, ਜਾਂ ਬਹੁਤ ਸਾਰੇ ਭਰਾ ਨੇ ਜਿਨ੍ਹਾਂ ਨੇ ਪਿੱਛੋਂ ਆਪਣੇ ਪਰਿਵਾਰ ਸੱਦੇ, ਭਾਵੇਂ ਉਹ ਭੈਣ ਹੋਵੇ ਭਾਵੇਂ ਉਹ ਭਰਾ ਹੋਵੇ, ਹਨਾ, ਤਾਂ ਉੱਧਰ ਜਾ ਕੇ ਫਿਰ ਉਹਨਾਂ ਨੂੰ ਹੀ ਬੁਲਾਉਣਾ ਛੱਡ ਦਿੰਦੇ ਨੇ, ਹਨਾ। ਕੱਲੀ ਜਿਵੇਂ ਤੁਸੀਂ ਕਿਹਾ ਵੀ ਲੈਣ ਦੇਣ ਕੱਲਾ ਪੈਸਿਆਂ ਦਾ ਨਹੀਂ ਹੁੰਦਾ ਹੈਗਾ, ਇਹ ਤੁਹਾਡਾ ਆਪਸ 'ਚ ਵਿਚਰਨ ਦਾ, ਜਿਵੇਂ ਹੁੰਦਾ ਕਿ ਵੀ ਉਹਦਾ ਯਾਰ ਮਿਲਣਾ ਵਰਤਣਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਦੇਣ ਲੈਣ ਬਹੁਤ ਇਹ ਖਰਾਬ ਆ, ਹਨਾ, ਵੀ ਉਹਦੇ ਨਾਲ ਨਹੀਂ ਕੋਈ ਸਾਂਝ ਆਪਾਂ ਰੱਖਣੀ। ਸੋ ਉਵੇਂ ਆਪਾਂ ਰਿਸ਼ਤਿਆਂ 'ਚ ਵੀ ਭੁੱਲ ਜਾਂਦੇ ਆ ਵੀ ਕਿਹੜੇ ਵੇਲੇ ਕਿਸੇ ਨੇ ਤੁਹਾਡੇ ਲਈ ਕੀ ਕੀਤਾ ਸੀਗਾ, ਹਨਾ। ਉਹ ਵੀ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ। ਤੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੁੰਦੇ ਨੇ ਵੀ ਜਿਹੜੇ ਕਿਸੇ ਦਾ ਨਹੀਂ ਕਰਦੇ, ਪਰ ਤਾਂ ਵੀ ਉਹਨਾਂ ਦਾ ਲੋਕੀ ਬਹੁਤ ਕਰ ਦਿੰਦੇ ਨੇ ਵੀ ਚਲੋ ਕੋਈ ਨਾ, ਇਹਨਾਂ ਨੇ ਆਪਣੀ ਅਕਲ ਲਾ ਲਈ ਤਾਂ ਅਸੀਂ ਆਪਣੀ ਲਾ ਲੈਣੇ ਨੇ। ਡਾਕਟਰ ਕਪੂਰ ਨੇ ਨਾ ਇੱਕ ਪ੍ਰੋਗਰਾਮ 'ਚ ਆਪਣੇ ਨਾਲ ਗੱਲਬਾਤ ਕੀਤੀ ਸੀ ਉਧਾਰ ਦੇ ਉੱਪਰ ਹੀ, ਹਨਾ। ਉਹ ਕਹਿੰਦੇ ਵੀ ਜਦੋਂ ਮੈਂ ਮਕਾਨ ਬਣਾਇਆ ਤਾਂ ਮੈਂ ਕਿਸੇ ਤੋਂ ਉਧਾਰ ਨਹੀਂ ਮੰਗਿਆ, ਹਨਾ। ਨਾਲੇ ਮਤਲਬ ਅੱਗੇ ਹੁੰਦਾ ਸੀਗਾ ਵੀ ਜੇ ਤੁਸੀਂ ਮਕਾਨ ਬਣਾ ਰਹੇ ਹੋ, ਵਿਆਹ ਕਰ ਰਹੇ ਹੋ, ਤਾਂ ਲੋਕੀ ਤੁਹਾਨੂੰ ਆਪਣੇ ਆਪ ਹੀ ਕਹਿੰਦੇ ਹੁੰਦੇ ਸੀ ਕੋਈ ਲੋੜ ਪਈ ਤਾਂ ਦੱਸ ਦੇ। ਹੁੰਦਾ ਸੀਗਾ ਲੋਕੀ ਕਿਸੇ ਦੀ ਧੀ ਦਾ ਵਿਆਹ ਹੁੰਦਾ ਸੀ ਤਾਂ ਰਿਸ਼ਤੇਦਾਰ ਥੋੜੇ ਪੈਸੇ ਵੱਧ ਲੈ ਕੇ ਜਾਂਦੇ ਹੁੰਦੇ ਸੀ, ਧੀ ਧਿਆਣੀ ਦਾ ਵਿਆਹ ਕੀ ਪਤਾ ਕਿਹੜੇ ਵੇਲੇ ਲੋੜ ਪੈ ਜਾਵੇ, ਹਾਂ। ਤੇ ਉਹ ਕਹਿੰਦੇ ਵੀ ਏਦਾਂ ਹੀ ਜਦੋਂ ਮੈਂ ਮਕਾਨ ਬਣਾਇਆ, ਮਾਫ ਕਰਿਓ, ਸਾਡੇ ਨਾ ਵੀਰ ਜੀ ਨੇ, ਜਿਵੇਂ ਮੈਂ ਉਹਨਾਂ ਦੀ ਹਮੇਸ਼ਾ ਗੱਲ ਕਰਦੀ ਹਾਂ, ਮਾਸੀ ਦਾ ਬੇਟਾ, ਸਾਡੇ ਮੈਂ ਕਹਿੰਦੀ ਹਾਂ ਨਾਨਕਿਆਂ 'ਚ ਜਾਂ ਸਾਡੇ ਤਿੰਨਾਂ ਦੇ ਵਿਆਹ ਹੋਏ ਨੇ, ਤਾਂ ਉਹ ਇਹ ਚੀਜ਼ ਹਲੇ ਵੀ ਕਰਦੇ ਨੇਗੇ। ਮਤਲਬ ਉਹਨਾਂ ਨੇ ਜਦੋਂ ਕਿਸੇ ਫੰਕਸ਼ਨ ਤੇ ਜਾਣਾ ਨਾ, ਉਹ ਭਾਬੀ ਨੂੰ ਵੀ ਕਹਿਣਗੇ ਵੀ ਪੈਸੇ ਐਕਸਟਰਾ ਰੱਖ ਲਈ, ਪਤਾ ਨਹੀਂ ਹੁੰਦਾ ਕਦੋਂ ਕਿੱਥੇ ਲੋੜ ਪੈ ਜਾਣੀ ਹੈ, ਹਨਾ। ਆਪਣੇ ਘਰਾਂ 'ਚ ਆਮ ਹੀ ਇਹ ਗੱਲਾਂ ਕਰਦੇ ਨੇ ਗੁਰਦੀਪ, ਹੁਣ ਤੱਕ ਵੀ, ਹਨਾ। ਤੇ ਆਪਾਂ ਜਿਵੇਂ ਪਿੰਡ ਵੀ ਜਾਈਏ ਨਾ, ਕਿਤੇ ਤੁਸੀਂ ਦਵਾਈ ਲੈਣ ਵੀ ਚੱਲੇ ਹੋ, ਤੁਸੀਂ ਮੰਨੋਗੇ ਵੀ ਆਪਣੇ ਘਰਦਿਆਂ ਨੂੰ ਪਤਾ ਹੁੰਦਾ ਵੀ ਇਹਨਾਂ ਕੋਲੇ ਸਾਰਾ ਕੁਝ ਆ, ਫਿਰ ਵੀ ਉਹ ਕਹਿਣਗੇ ਲੈ ਤੂੰ ਥੋੜੇ ਜਿਹਾ ਮੇਰੇ ਤੋਂ ਵੀ ਲੈ ਜਾ, ਹਨਾ, ਵੀ ਤੈਨੂੰ ਕਿਤੇ ਲੋੜ ਨਾ ਪੈ ਜੇ। ਤੇ ਏਦਾਂ ਹੀ ਡਾਕਟਰ ਕਪੂਰ ਕਹਿੰਦੇ ਵੀ ਜਦੋਂ ਮੈਂ ਮਕਾਨ ਬਣਾ ਰਿਹਾ ਸੀ, ਮੇਰੇ ਕਿਸੇ ਰਿਸ਼ਤੇਦਾਰ ਨੇ ਨਹੀਂ ਮੈਨੂੰ ਪੁੱਛਿਆ ਵੀ ਜੇ ਤੈਨੂੰ ਪੈਸੇ ਦੀ ਲੋੜ ਹੋਈ ਤਾਂ ਤੁਸੀਂ ਲੈ ਲਿਓ। ਕਹਿੰਦੇ ਮੈਂ ਲੋਨ ਲਏ ਤੇ ਮੈਂ ਆਪਣਾ ਘਰ ਬਣਾਇਆ, ਹਨਾ। ਤੇ ਉਹ ਕਹਿੰਦੇ ਵੀ ਏਦਾਂ ਹੀ ਮੇਰੇ ਰਿਸ਼ਤੇਦਾਰ ਇੱਕ ਮੇਰੇ ਤੋਂ ਬਾਅਦ ਘਰ ਬਣਾਉਂਦੇ ਸੀਗੇ। ਕਹਿੰਦੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਸਾਨੂੰ ਕਿੰਨੇ ਪੈਸੇ ਉਧਾਰ ਦਓਗੇ ਜੇ ਲੋੜ ਪੈ ਗਈ। ਕਹਿੰਦੇ ਮੈਂ ਕਿਹਾ ਜਿੰਨੇ ਤੁਸੀਂ ਦਿੱਤੇ ਨੇ ਉਸ ਤੋਂ 5 ਗੁਣਾ। ਤੇ ਕਹਿੰਦੇ ਵੀ ਉਹਨਾਂ ਨੇ ਤਾਂ ਕੁਛ ਦਿੱਤਾ ਹੀ ਨਹੀਂ ਸੀ। ਕਈ ਵਾਰੀ ਨਾ ਗੁਰਦੀਪ, ਜਿਨ੍ਹਾਂ ਨੇ ਸਾਰੀ ਉਮਰ ਤੁਹਾਡਾ ਨਹੀਂ ਕੀਤਾ ਹੁੰਦਾ, ਉਹ ਵੀ ਤੁਹਾਡੇ ਤੋਂ ਉਮੀਦਾਂ ਰੱਖਦੇ ਨੇ, ਹਨਾ। ਮੰਨ ਲਓ ਜਿਵੇਂ ਆਪਾਂ ਸ਼ਹਿਰਾਂ 'ਚ ਆ ਗਏ, ਸਭ ਨੂੰ ਪਤਾ ਕਿ ਜਿਹੜਾ ਬੰਦਾ ਸ਼ਹਿਰ ਗਿਆ ਇਹਦਾ ਮਤਲਬ ਉਹ ਨੌਕਰੀ ਕਰਕੇ ਹੀ ਸ਼ਹਿਰ ਗਿਆ, ਹਨਾ, ਵੀ ਉਹ ਘਰ ਵਾਲਾ ਵੀ ਕਮਾਉਂਦਾ ਹੋਣਾ, ਘਰ ਵਾਲੀ ਵੀ। ਜਿਨ੍ਹਾਂ ਨੇ ਸਾਰੀ ਉਮਰ ਤੁਹਾਨੂੰ ਕਦੀ ਦੁੱਖ ਸੁੱਖ 'ਚ ਸੁਲਾ ਨਹੀਂ ਮਾਰੀ, ਉਹ ਵੀ ਹੱਕ ਸਮਝਦੇ ਹੁੰਦੇ ਵੀ ਜੇ ਲੋੜ ਪੈ ਗਈ ਤੁਸੀਂ ਤਾਂ ਦੋਵੇਂ ਜੀ ਕਮਾਉਂਦੇ ਹੋ, ਤੁਸੀਂ ਤਾਂ ਸਾਡੀ ਮਦਦ ਕਰੋਗੇ ਹੀ, ਹੈ ਨਾ। ਤੇ ਜੇ ਤੁਸੀਂ ਮਦਦ ਕਰ ਵੀ ਦਿੰਦੇ ਹੋ ਵੀ ਹਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ, ਸਾਡੇ ਰਿਸ਼ਤੇਦਾਰ ਨੇ, ਤੇ ਫਿਰ ਜਦੋਂ ਤੁਸੀਂ ਉਹਨਾਂ ਤੋਂ ਦਿੱਤੇ ਹੋਏ ਪੈਸੇ ਵਾਪਸ ਮੰਗਦੇ ਆ, ਉਹ ਕਹਿਣਗੇ ਲੈ ਇੰਨਾ ਕਮਾਉਂਦੇ ਹੋ, ਹਾਲੇ ਵੀ ਤੁਹਾਨੂੰ ਕੋਈ ਕਮੀ ਆ। ਜੇ ਤੁਸੀਂ ਕਿਸੇ ਦਾ ਕੁਝ ਕਰ ਵੀ ਦਿੱਤਾ ਤਾਂ ਕਿੱਡੀ ਕਿ ਤੁਹਾਡੀ ਜਾਨ ਨਿਕਲ ਗਈ, ਹੈ ਨਾ। ਬੰਦਾ ਇਹ ਨਹੀਂ ਸੋਚਦਾ ਵੀ ਜਿਹੜਾ ਬੰਦਾ ਕਮਾਉਂਦਾ ਇਹ ਉਹਦੇ ਖੂਨ ਪਸੀਨੇ ਦੀ ਕਮਾਈ ਆ, ਹਨਾ। ਉਹਨੇ ਤੁਹਾਨੂੰ ਲੋੜ ਪੈਣ ਵੇਲੇ ਦਿੱਤੀ, ਪਰ ਉਹਨੇ ਆਪਦੀ ਲੋੜ ਪੈਣ ਵੇਲੇ ਵੀ ਰੱਖਣੀ ਆ, ਕਿਉਂਕਿ ਉਹਦੇ ਤਾਂ ਇਹੋ ਜਿਹੇ ਰਿਸ਼ਤੇਦਾਰ ਨੇ ਜਿਹੜੇ ਦਿੱਤਾ ਹੋਇਆ ਦਾ ਮੋੜਦੇ ਪਏ, ਹਨਾ। ਸਹੀ ਆ। ਤੇ ਏਦਾਂ ਹੀ ਮੇਰਾ ਭਰਾ ਇੱਕ ਦਿਨ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ। ਮੈਂ ਉਹਨੂੰ ਕਿਹਾ, ਉਹਨੇ ਹੁਣ ਉਹ ਗਿਆ ਬਾਹਰ ਗਿਆ, ਹਨਾ। ਮੈਂ ਉਹਨੂੰ ਕਿਹਾ ਵੀ ਮੈਂ ਤੇਰੀਆਂ ਗੱਲਾਂ ਰਿਕਾਰਡ ਕਰਕੇ ਰੱਖੂੰਗੀ, ਵੀ ਤੂੰ ਜਾ ਕੇ ਬਹੁਤ ਛੇਤੀ ਮੈਨੂੰ ਸੱਦਣਾ, ਹਨਾ। ਤੇ ਉਹ ਮੈਨੂੰ ਕਹਿੰਦਾ ਜ਼ਰੂਰ। ਕਹਿੰਦਾ ਏਦਾਂ ਹੀ ਮੈਂ ਕਿਸੇ ਆਪਣੇ ਰਿਸ਼ਤੇਦਾਰ ਨੇ ਭੈਣੇ ਉਹਨਾਂ ਨੂੰ ਮਿਲਣ ਗਿਆ। ਕਹਿੰਦਾ ਉਹ ਮੈਨੂੰ ਕਹਿੰਦੇ ਵੀ ਸਾਡੇ ਮੁੰਡੇ ਨੂੰ ਸੱਦ ਲਈ ਜਾ ਕੇ, ਹਨਾ। ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਕਿੰਨੀ ਵਾਰ ਮੈਨੂੰ ਪੈਸਿਆਂ ਦੀ ਲੋੜ ਪਈ, ਮੈਂ ਤੁਹਾਡੇ ਤੋਂ ਪੈਸੇ ਪੁੱਛੇ ਤੇ ਤੁਸੀਂ ਮੈਨੂੰ ਕਹਿ ਦਿੰਦੇ ਸੀ ਹੈ ਨਹੀਂ ਗੇ, ਤੇ ਜਿੰਨੀ ਵਾਰ ਮੈਂ ਵਿਆਜ ਤੇ ਪੁੱਛੇ ਤੁਸੀਂ ਹਮੇਸ਼ਾ ਦੇ ਦਿੰਦੇ ਸੀਗੇ। ਤੇ ਕਹਿੰਦਾ ਵੀ ਦੱਸੋ ਇਹੋ ਜਿਹੇ ਬੰਦੇ ਦੇ ਕੰਮ ਆਉਣ ਨੂੰ ਤੁਹਾਡਾ ਕਿੱਥੇ ਜੀ ਕਰੂਗਾ, ਹਨਾ। ਪਰ ਜਦੋਂ ਆਪਾਂ ਨੂੰ ਲੋੜ ਪੈਂਦੀ ਹੈ, ਇਹੋ ਜਿਹੇ ਬੰਦੇ ਹੀ ਹੱਕ ਸਮਝਦੇ ਨੇ ਕਿ ਨਹੀਂ ਹੁਣ ਤਾਂ ਤੂੰ ਮਦਦ ਕਰੇਗਾ ਹੀ ਕਰੇਗਾ, ਹਨਾ।
ਤੇ ਇਹ ਚੀਜ਼ਾਂ ਅਸੀਂ ਯਾਦ ਨਹੀਂ ਰੱਖਦੇ। ਅੱਗੇ ਗੁਰਦੀਪ ਲੋਕੀ ਕੋਈ ਬਿਮਾਰ ਹੁੰਦਾ ਸੀ 10-10 ਦਿਨ ਕਟਾਉਂਦੇ ਹੁੰਦੇ ਸੀ ਬੰਦੇ ਦੇ ਨਾ, ਲੋਕਾਂ ਨੂੰ ਲੱਗਦਾ ਸੀ ਯਾਰ ਸਾਡੇ ਤੇ ਦੁੱਖ ਤਕਲੀਫ ਪਊਗੀ ਤਾਂ ਇਹ ਸਾਡਾ ਟਾਈਮ ਵੀ ਕਟਾਊਗਾ। ਹੁਣ ਨਾ ਆਪਾਂ ਕਿਸੇ ਦੇ ਜਾਂਦੇ ਆ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਗਲੇ ਨੇ ਵੀ ਕਦੀ ਨਹੀਂ ਆਉਣਾ ਹਨਾ, ਨਾ ਹੀ ਕੋਈ ਕਿਸੇ ਨੂੰ ਇਦਾਂ ਦੀ ਸੁਲਾਹ ਮਾਰਦਾ ਵੀ ਜੇ ਤੈਨੂੰ ਕੋਈ ਲੋੜ ਆ ਤਾਂ ਤੂੰ ਮੈਨੂੰ ਦੱਸੀ, ਕਿਉਂ ਨਹੀਂ ਕਰਦਾ, ਕਿਉਂਕਿ ਬੰਦੇ ਨੂੰ ਪਤਾ ਹੁੰਦਾ ਵੀ ਜੇ ਮੈਂ ਕਰ ਵੀ ਦਿੱਤਾ ਨਾ ਇਹਨੇ ਮੇਰਾ ਟਾਈਮ ਤੇ ਤਾਂ ਵੀ ਨਹੀਂ ਕਰਨਾ। ਅਸੀਂ ਇਹੋ ਜਿਹੇ ਹੋ ਗਏ ਆ। ਕਿੰਨੇ ਲੋਕ ਨੇ ਜਿਹੜੇ ਮੌਤਾਂ ਤੱਕ ਦੇ ਝੂਠ ਵੀ ਬੋਲ ਦਿੰਦੇ ਨੇ ਵੀ ਯਾਰ ਮੈਨੂੰ ਪੈਸੇ ਚਾਹੀਦੇ ਆ, ਫਲਾਣੀ ਜਗ੍ਹਾ ਮੌਤ ਹੋ ਗਈ, ਮੈਨੂੰ ਉਹਦੇ ਲਈ ਚਾਹੀਦੇ, ਮੇਰੇ ਘਰੇ ਕੋਈ ਬਿਮਾਰ ਹੋ ਗਿਆ ਮੈਨੂੰ ਉਹਦੇ ਲਈ ਚਾਹੀਦੇ ਆ, ਜਦ ਕਿ ਇਹੋ ਜਿਹਾ ਕਿਸੇ ਦੇ ਕੁਝ ਨਹੀਂ ਹੋਇਆ ਹੁੰਦਾ ਨਾ। ਕਈ ਇੰਨੇ ਵੀ ਲੋਕ ਹੁੰਦੇ ਨੇ ਅਣਖ ਵਾਲੇ। ਪਿੱਛੇ ਜੇ ਨਾ ਸਾਡੇ ਕੋਈ ਬਹੁਤ ਦੂਰੋਂ ਕਿਸੇ ਨੇ ਸਾਨੂੰ ਫੋਨ ਕੀਤਾ ਜਾਣਕਾਰ ਨੇ ਵੀ ਮੇਰੇ ਕਿਸੇ ਜਾਣਕਾਰ ਦੇ ਘਰੇ ਅੱਗ ਲੱਗ ਗਈ ਤੇ 2 ਬੱਚੇ ਬਹੁਤ ਸੀਰੀਅਸ ਨੇ ਪਟਿਆਲੇ ਹਸਪਤਾਲ 'ਚ ਨਾ। ਅਸੀਂ ਉਹਨਾਂ ਨੂੰ ਕਾਲ ਕੀਤਾ, ਉਹਨਾਂ ਨੂੰ ਪੁੱਛਿਆ ਵੀਰੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਹੋਵੇ। ਉਹ ਕਹਿੰਦੇ ਮਤਲਬ ਉਹ ਮੁੰਡੇ ਦੇ ਘਰੇ ਐਡੀ ਵੱਡੀ ਟ੍ਰੈਜਡੀ ਹੋ ਗਈ ਸੀ, ਉਹਨੇ ਫਿਰ ਵੀ ਫੋਨ ਤੇ ਕਿਹਾ, ਕਹਿੰਦਾ ਵੀ ਨਹੀਂ ਮੈਨੂੰ ਕਿਸੇ ਤਰੀਕੇ ਦੀ ਲੋੜ ਨਹੀਂ, ਵੀ ਮੇਰੇ ਸਾਰੇ ਤਰ੍ਹਾਂ ਦੀ ਮਦਦ ਹੋ ਰਹੀ ਆ ਹਸਪਤਾਲ 'ਚ, ਵੀ ਜੇ ਮੈਨੂੰ ਲੋੜ ਹੋਈ ਮੈਂ ਆਪੇ ਹੀ ਦੱਸ ਦੂੰ ਹਨਾ। ਤੇ ਅਸੀਂ ਉਹਨਾਂ ਨੂੰ ਰੋਟੀ ਪਾਣੀ ਦਾ ਪੁੱਛਿਆ, ਉਹ ਕਹਿੰਦਾ ਨਹੀਂ ਮੇਰੇ ਬਹੁਤ ਰਿਸ਼ਤੇਦਾਰ ਨੇ ਇੱਥੇ, ਮੇਰਾ ਰੋਟੀ ਪਾਣੀ ਦਾ ਵੀ ਸਰਦਾ ਪਿਆ ਨਾ। ਮਤਲਬ ਕਈ ਲੋਕਾਂ ਨੂੰ ਤੁਸੀਂ ਆਪ ਚੱਲ ਕੇ ਜਾ ਕੇ ਵੀ ਕਹਿੰਦੇ ਹੋ ਤਾਂ ਵੀ ਤੁਹਾਡਾ ਅਹਿਸਾਨ ਨਹੀਂ ਲੈਂਦੇ। ਹਾਂ, ਤੇ ਕਈਆਂ ਦਾ ਤੁਸੀਂ ਕਰ ਵੀ ਦਿੰਦੇ ਹੋ ਬਿਨਾਂ ਕਹੇ ਤੇ ਉਹਨਾਂ ਨੂੰ ਤਾਂ ਵੀ ਭੁਗਤ ਜਾਂਦੇ। ਸਹੀ ਗੱਲ ਹੈ। ਸੋ ਮੈਂ ਕਹਿੰਦੀ ਇੱਥੋਂ ਤਾਂ ਇਹੀ ਨਿਚੋੜ ਨਿਕਲਦਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਕੰਮ ਆਵੇ ਤਾਂ ਤੁਹਾਨੂੰ ਵੀ ਕਿਸੇ ਦੇ ਕੰਮ ਆਉਣਾ ਚਾਹੀਦਾ। ਤੇ ਦੂਸਰੀ ਗੱਲ, ਜੇ ਲੋੜ ਪੈਣ ਤੇ ਕੋਈ ਤੁਹਾਡੇ ਕੰਮ ਆ ਗਿਆ ਤਾਂ ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਤਾਂ ਕਿ ਅਗਲੇ ਨੂੰ ਇਹ ਸਬਕ ਮਿਲੇ ਕਿ ਹਾਂਜੀ ਮੈਂ ਗਾਂ ਵੀ ਕਿਸੇ ਦੀ ਹੈਲਪ ਕਰ ਸਕਦਾ ਜਾਂ ਮੇਰੇ ਵੀ ਕੋਈ ਕੰਮ ਆ ਸਕਦਾ। ਨਾ ਕਿ ਉਹਨੂੰ ਇਹੋ ਜਿਹਾ ਤਜਰਬਾ ਦਿਓ ਵੀ ਬੰਦਾ ਸੋਚੇ ਵੀ ਕੰਨਾਂ ਨੂੰ ਹੱਥ ਲਾ ਲੇ, ਅੱਗੇ ਤੋਂ ਕਿਸੇ ਦੇ ਕੰਮ ਨਹੀਂ ਆਉਣਾ ਹੈਗਾ ਹਨਾ। ਤੇ ਇਹ ਮੌਕਾ ਉਹ ਬਣ ਜਾਵੇ ਵੀ ਜਿੱਥੇ ਉਹ ਸੱਚੀ ਕਿਸੇ ਨੂੰ ਉਹਦੀ ਮਦਦ ਦੀ ਜ਼ਰੂਰਤ ਸੀ ਤੇ ਉਹ ਵਿਚਾਰਾ ਖੜ ਨਹੀਂ ਪਾਇਆ ਸਿਰਫ ਆਪਣੇ ਮਾੜੇ ਤਜਰਬੇ ਦੇ ਕਰਕੇ ਹਨਾ। ਸਹੀ ਗੱਲ। ਸੋ ਮੈਨੂੰ ਲੱਗਦਾ ਹੈ ਕਿ ਲੈਣ ਦੇਣ ਸਾਨੂੰ ਵਧੀਆ ਹੀ ਰੱਖਣਾ ਚਾਹੀਦਾ ਵਾ ਹਨਾ। ਸੋ ਅੱਜ ਦੇ ਇਸ ਪ੍ਰੋਗਰਾਮ 'ਚੋਂ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਆਪਾਂ ਫਿਰ ਮਿਲਦੇ ਹਾਂ ਅਗਲੇ ਐਪੀਸੋਡ 'ਚ ਨਵੀਆਂ ਗੱਲਾਂ ਨਵੇਂ ਵਿਸ਼ੇ ਦੇ ਨਾਲ। ਸਤਿ ਸ਼੍ਰੀ ਅਕਾਲ।